ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪਾਦ ਸਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨ ਨਾਨਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਹਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਵਈਆ ਚੰਦ ਗਇਓ ਨਿਕੇਤ ਨਾਨਕੀ ਤਬਈ ਪੀਸ ਸ਼ੰਕ ਜਬ ਦੇਖਾ ਸੁੰਦਰ ਪੀੜਾ ਦੀਨ ਵਿਛਾਈ ਆਦਰ ਕੀਨ ਵਿਸ਼ੇਖਾ ਬਹੁਤ ਦਿਵਸ ਮੈਂ ਹਮ ਘਰ ਆਇਓ ਕਹਾਂ ਰਹੀ ਮਰਦਾਨਾ ਏ ਰਬਾਬ ਕੀ ਕੀਮਤ ਕਿਤਨੀ ਜੋ ਅਤ ਸੁੰਦਰ ਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਗਰੀਬ ਨਵਾਜ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ
ਆਪ ਜੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਸਹਿਤ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਜੋ ਇਹ ਕਥਾ ਸੁਨੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਸਤਿਗੁਰਾਂ ਦੀ ਇਹ ਕਲਿਆਣਕਾਰੀ ਕਥਾ ਹੈ। ਹਰੀ ਪਾਰ ਬ੍ਰਹਮ ਪਰਮੇਸ਼ਰ ਦੀ ਕਥਾ ਕਰਨ ਨਾਲ, ਸੁਣਨ ਨਾਲ ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ। ਅੰਤःਕਰਨ ਜਿਤਨਾ ਸ਼ੁੱਧ ਹੋਵੇਗਾ, ਉਤਨਾ ਹੀ ਆਤਮਾ ਦਾ ਸਰੂਪ ਸਾਫ਼ ਹੁੰਦਾ ਚਲਾ ਜਾਏਗਾ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਭਾਈ ਮਰਦਾਨਾ ਜੀ ਆਏ ਹਨ। ਗੁਰੂ ਹੁਕਮ ਦੀ ਪਾਲਣਾ ਕਰਕੇ ਭਾਈ ਸਾਹਿਬ ਨੇ ਰਬਾਬ ਵਜਾਈ ਹੈ। ਇਹ ਰਬਾਬ ਜਿਸ ਵੇਲੇ ਵੱਜੀ, ਇਸ ਰਬਾਬ ਚੋਂ ਨਾਦ ਆਇਆ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਤੂੰ ਹੀ ਕਰਤਾਰ। ਸਾਹਿਬ ਜੀ ਦੀ ਉਪਮਾ ਹੋ ਰਹੀ ਹੈ। ਰਬਾਬ ਐਸੀ ਸੁੰਦਰ ਵੱਜੀ ਕਿ ਦਰਖਤਾਂ ਵਿੱਚੋਂ ਰਸ ਨਿਚੁੜਨ ਲੱਗਾ, ਪਸ਼ੂ ਔਰ ਪੰਛੀ ਜੜ ਹੋ ਗਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਸਮਾਧੀ ਸਥਿਤ ਹੋਏ। 2 ਦਿਨ ਤੱਕ ਸਤਿਗੁਰਾਂ ਦੀ ਸਮਾਧੀ ਲੱਗੀ ਰਹੀ। 2 ਦਿਨ 2 ਰਾਤਾਂ ਬੀਤ ਗਈਆਂ। ਜਿਸ ਦਿਨ ਤੀਸਰਾ ਦਿਨ ਹੋਇਆ, ਸਾਹਿਬ ਜੀ ਦੀ ਸਮਾਧੀ ਖੁੱਲੀ ਤੇ ਭਾਈ ਮਰਦਾਨਾ ਜੀ ਬੈਠੇ। ਉਹ ਵੀ ਕੋਲ ਬੈਠੇ ਰਹੇ, ਪਰ ਭੁੱਖ ਨਾਲ ਵਿਆਕੁਲ ਸਨ। 2 ਦਿਨਾਂ ਤੋਂ ਭੋਜਨ ਨਹੀਂ ਛਕਿਆ। ਤੀਜਾ ਦਿਨ ਆ ਗਿਆ। ਸੋਚਦੇ ਨੇ ਇਹਨਾਂ ਨਾਲ ਰਹਿਣਾ ਔਖਾ ਹੈ। ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਪਰਿਵਾਰ 'ਚ ਜਾਵਾਂ, ਕਿਉਂਕਿ ਇੱਥੇ ਇਸ ਤਰ੍ਹਾਂ ਭੁੱਖ ਨਾਲ ਮੈਂ ਆਪ ਜੀ ਨਾਲ ਨਹੀਂ ਰਹਿ ਸਕਦਾ। ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਸਾਡੇ ਨਾਲ ਤਾਂ ਇਉਂ ਹੀ ਦਿਨ ਕੱਟਣੇ ਪੈਣੇ ਨੇ ਜਿਵੇਂ ਬਣੇ। ਜਦੋਂ ਭੋਜਨ ਮਿਲ ਗਿਆ ਛਕ ਲਿਆ ਕਰਾਂਗੇ, ਨਾ ਮਿਲਿਆ ਤਾਂ ਫਾਕੇ ਵੀ ਕੱਟਣੇ ਪੈਣਗੇ। ਭਾਈ ਸਾਹਿਬ ਕਹਿੰਦੇ, ਮਹਾਰਾਜ ਜਾਂ ਤਾਂ ਮੈਨੂੰ ਆਪਣੇ ਵਰਗਾ ਕਰ ਲਓ ਤੇ ਨਾ ਫਿਰ ਨਹੀਂ ਤਾਂ ਮੈਨੂੰ ਛੁੱਟੀ ਦੇ ਦਿਓ। ਪਾਤਸ਼ਾਹ ਕਹਿੰਦੇ, ਮਰਦਾਨਾ ਜੀ ਫਿਰ ਤੁਸੀਂ ਜਾਓ, ਏਦਾਂ ਕਰੋ, ਇਹ ਰਬਾਬ ਬੇਬੇ ਨਾਨਕੀ ਜੀ ਦੇ ਘਰ ਰੱਖਦੇ ਜਾਓ। ਭਾਈ ਸਾਹਿਬ ਨੇ ਰਬਾਬ ਲਈ, ਗੁਰਦੇਵ ਨੂੰ ਨਮਸਕਾਰ ਕੀਤੀ, ਬੇਬੇ ਨਾਨਕੀ ਦੇ ਘਰ ਆਏ। ਰਬਾਬ ਲਿਆ ਕੇ ਬੇਬੇ ਨਾਨਕੀ ਜੀ ਦੇ ਕੋਲ ਰੱਖੀ ਹੈ ਤੇ ਬੇਬੇ ਨਾਨਕੀ ਜੀ ਭਾਈ ਮਰਦਾਨੇ ਦਾ ਚਿਹਰਾ ਵੇਖਿਆ, ਵਿਆਕੁਲ ਹੋਇਆ ਵੇਖਿਆ ਤੇ ਬੇਬੇ ਜੀ ਕੁਝ ਬਚਨ ਵਿਲਾਸ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਹਿਰਦੇ 'ਚ ਵਸਾਈਏ। ਸਾਹਿਬਾਂ ਦੇ ਚਰਨਾਂ ਵਿੱਚ ਜਿੱਥੇ ਆਪਾਂ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ, ਜੀਵਨ ਦੇ ਭਲੇ ਲਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਆਇਆ ਚੰਦ ਗਇਓ ਨਿਕੇਤ ਨਾਨਕੀ ਤਬਈ, ਪੀਸ ਸ਼ੰਕ ਜਬ ਦੇਖਾ। ਬੇਬੇ ਨਾਨਕੀ ਜੀ ਨੇ ਜਦੋਂ ਭਾਈ ਮਰਦਾਨੇ ਨੂੰ ਵੇਖਿਆ, ਇੱਕਦਮ ਬੇਬੇ ਜੀ ਦੇ ਮਨ 'ਚ ਵੀ ਥੋੜਾ ਜਿਹਾ ਵਿਚਾਰ ਆਈ ਕਿ ਭਾਈ ਮਰਦਾਨੇ ਦਾ ਚਿਹਰਾ ਉਤਰਿਆ ਹੋਇਆ। ਤੇ ਨਾਲੇ ਭਾਈ ਮਰਦਾਨਾ ਜੀ ਤਕਰੀਬਨ 11-12 ਦਿਨਾਂ ਬਾਅਦ ਵਾਪਸ ਆਏ ਸਨ ਘਰ, ਜਿਸ ਦਿਨ ਤੋਂ ਮਾਇਆ ਲੈ ਕੇ ਗਏ ਸੀ ਰਬਾਬ ਲੈਣ। ਇਸ ਕਰਕੇ ਵੀ ਬੇਬੇ ਨਾਨਕੀ ਜੀ ਨੇ ਹੈਰਾਨੀ ਨਾਲ ਮਰਦਾਨੇ ਨੂੰ ਵੇਖਿਆ। ਸੁੰਦਰ ਪੀੜਾ ਦੀਨ ਵਿਛਾਈ, ਆਦਰ ਕੀਨ ਵਿਸ਼ੇਖਾ। ਬੜਾ ਸੋਹਣਾ ਪੀੜਾ ਭਾਈ ਮਰਦਾਨਾ ਜੀ ਦੇ ਬੈਠਣ ਲਈ ਬੇਬੇ ਜੀ ਨੇ ਵਿਛਾਇਆ, ਔਰ ਅਦਬ ਨਾਲ ਸਤਿਕਾਰ ਨਾਲ ਭਾਈ ਮਰਦਾਨਾ ਜੀ ਨੂੰ ਉਸ ਪੀੜੇ ਦੇ ਉੱਤੇ ਵਿਛਾਈ ਕਰਕੇ ਬਿਠਾਇਆ ਹੈ। ਬਹੁਤ ਦਿਵਸ ਮੈਂ ਹਮ ਘਰ ਆਇਓ, ਕਹਾਂ ਰਹੀ ਮਰਦਾਨਾ। ਬੇਬੇ ਜੀ ਪੁੱਛਣ ਲੱਗੇ, ਹਾਂ ਭਾਈ ਮਰਦਾਨਾ ਜੀ, ਬੜੇ ਦਿਨਾਂ ਬਾਅਦ ਆਏ ਹੋ ਘਰ, ਕਿੱਥੇ ਚਲੇ ਗਏ ਸੀ? ਤੁਸੀਂ ਤਾਂ ਰਬਾਬ ਲੈਣ ਗਏ ਸੀ, ਤੇ ਰਬਾਬ ਲੈਣ ਗਏ ਇੰਨੇ ਦਿਨ ਲਾ ਆਏ ਹੋ,
ए रबाब की कीमत कितनी जो अत सुंदर आना। ਤੇ ਭਾਈ ਸਾਹਿਬ ਤੁਸੀਂ ਰਬਾਬ ਲੈ ਆਏ ਹੋ, ਰਬਾਬ ਬੜੀ ਸੋਹਣੀ ਹੈ, ਬੜੀ ਅਲੌਕਿਕ ਹੈ, ਤੇ ਦੱਸੋ ਇਸ ਰਬਾਬ ਦੇ ਪੈਸੇ ਜਿੰਨੇ ਲੈ ਗਏ ਸੀ ਉਹਨੇ ਚ ਸਰ ਗਿਆ ਸੀ ਜਾਂ ਕਿਤੇ ਵਧੇ ਘਟੇ ਨੇ ਪੈਸੇ ਤਾਂ ਦੱਸੋ। ਭਰਾਤਾ ਕੌਣ ਥਾਨ ਅਬ ਬੈਸੇ ਕਮਲ ਬਦਨ ਗਤ ਦੇਨਾ। ਮੁਕਤੀ ਦਾਤੇ ਕਮਲ ਨੈਣ ਸਤਿਗੁਰੂ ਜੀ ਇਸ ਵੇਲੇ ਕਿੱਥੇ ਨੇ? ਮੇਰੇ ਭਰਾ ਜੀ ਨੂੰ ਤੁਸੀਂ ਕਿੱਥੇ ਛੱਡ ਕੇ ਆਏ ਹੋ? ਇਸ ਵੇਲੇ ਉਹ ਕਿੱਥੇ ਹੋਣਗੇ? ਕਹਿ ਮਰਦਾਨਾ ਆਇਸ ਲੇਕਰ ਹੋ ਜਾਵੋ ਨਿਜ ਐਨਾ। ਭਾਈ ਸਾਹਿਬ ਨੇ ਹੱਥ ਜੋੜੇ ਆਖਿਆ, ਬੇਬੇ ਜੀ ਉਹ ਤਾਂ ਉੱਥੇ ਹੀ ਬੈਠੇ ਨੇ ਜਿੱਥੇ ਸਨ, ਮੈਂ ਤਾਂ ਆਗਿਆ ਲੈਣ ਆਇਆ ਕਿਉਂਕਿ ਮੈਂ ਆਪਣੇ ਘਰ ਚੱਲਿਆ, ਮੈਂ ਆਪਣੇ ਘਰ ਵਾਪਸ ਪਰਤਣ ਲੱਗਾ, ਤਲਵੰਡੀ ਜਾ ਰਿਹਾ। ਨਿਭੈ ਸੰਗ ਨ ਤਿਨ ਕੋ ਮੁਝ ਤੇ ਕਲਾਵਾਨ ਅਵਤਾਰਾ। ਕਿਉਂਕਿ ਮੇਰਾ ਉਹਨਾਂ ਦੇ ਨਾਲ ਸੰਗ ਨਿਭਣਾ ਔਖਾ ਹੈ, ਮੈਂ ਉਹਨਾਂ ਨਾਲ ਏਦਾਂ ਨਹੀਂ ਰਹਿ ਸਕਦਾ ਕਿਉਂਕਿ ਉਹ ਤਾਂ ਕਲਾਵਾਨ ਅਵਤਾਰੀ ਪੁਰਸ਼ ਨੇ, ਉਹਨਾਂ ਨਾਲ ਰਹਿਣਾ ਮੇਰੇ ਵਰਗੇ ਜੀਵ ਵਾਸਤੇ ਔਖਾ ਹੈ, ਕਠਿਨ ਹੈ। ਤਿਨ ਸਮ ਹੋਵੇ ਨਿਕਟ ਰਹੇ ਸੋ ਖਾਏ ਨ ਕਬੂ ਆਹਾਰਾ। ਕਿ ਉਹਨਾਂ ਨਾਲ ਉਹੀ ਰਹਿ ਸਕਦਾ ਜਿਹੜਾ ਉਹਨਾਂ ਵਰਗਾ ਹੋਵੇ, ਜਿਹੜਾ ਉਹਨਾਂ ਵਾਂਗੂ ਭੋਜਨ ਨਾ ਛਕੇ, ਜਲ ਨਾ ਛਕੇ, ਉਹੀ ਰਹਿ ਸਕਦਾ ਉਹਨਾਂ ਨਾਲ ਜਿਹੜਾ ਉਹਨਾਂ ਵਰਗਾ ਹੋਵੇ ਔਰ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਵਾਂਗੂ ਹੀ ਭੋਜਨ ਨਾ ਛਕੇ। ਧਰਨ ਰਬਾਬ ਸਦਨ ਮੈਂ ਆਇਓ ਤੁਮ ਕਹਿ ਦਿਓ ਸੰਦੇਸ਼ਾ। ਮੈਂ ਤਾਂ ਬੇਬੇ ਜੀ ਇਹ ਰਬਾਬ ਤੁਹਾਡੇ ਕੋਲ ਰੱਖਣ ਆਇਆ ਵੀ ਇਹ ਰਬਾਬ ਤੁਸੀਂ ਸਾਂਭ ਲਵੋ, ਤੇ ਮੈਂ ਤਾਂ ਇਹ ਸੁਨੇਹਾ ਹੀ ਦੇਣਾ ਸੀ ਕਿ ਮੈਂ ਤਲਵੰਡੀ ਵਾਪਸ ਚੱਲਿਆ ਹਾਂ। ਤਲਵੰਡੀ ਮੈਂ ਭਇਓ ਤਿਆਰੀ ਕਯੋ ਬਚਨ ਜਬ ਐਸਾ। ਜਦੋਂ ਭਾਈ ਮਰਦਾਨਾ ਜੀ ਨੇ ਕਿਹਾ ਨਾ ਵੀ ਮੈਂ ਤਾਂ ਤਲਵੰਡੀ ਚੱਲਿਆ ਬੇਬੇ ਜੀ, ਇਹ ਗੱਲ ਜਦੋਂ ਬੇਬੇ ਨਾਨਕੀ ਨੇ ਸੁਣੀ, ਸੁਨਤ ਨਾਨਕੀ ਨੈਣਨ ਨੀਰੰਗ ਬੂੰਦ ਗਿਰਤ ਧਰ ਮਾਈ। ਸੁਣਦਿਆਂ ਸਾਰ ਬੇਬੇ ਜੀ ਦੇ ਨੇਤਰਾਂ ਚੋਂ ਨੀਰ ਵਹਿਣ ਲੱਗ ਪਿਆ, ਇੱਕਦਮ ਅਥਰੂਆਂ ਦੀ ਫੁਹਾਰ ਚੱਲ ਪਈ ਵੀ ਇਹ ਕੀ ਹੋਇਆ। ਇੱਕਦਮ ਬੇਬੇ ਜੀ ਦੇ ਨੇਤਰ ਸਜਲ ਹੋ ਗਏ। ਧੀਰ ਹਰੀ ਉਰ ਪੀਰ ਗਹੀਰਾ ਤਜਿਓ ਹਰਕ ਸੁਖ ਨਾਈ। ਮਨ ਦਾ ਧੀਰਜ ਡਾਵਾਂ ਡੋਲ ਹੋ ਗਿਆ, ਇੱਕਦਮ ਧੀਰਜ ਤਜ ਕੇ ਅਧੀਰ ਹੋ ਗਏ। ਹਿਰਦੇ ਵਿੱਚ ਬੜੀ ਡੂੰਘੀ ਪੀੜਾ ਹੋਈ, ਮਾਨੋ ਜਿਵੇਂ ਭਾਈ ਮਰਦਾਨਾ ਜੀ ਨੇ ਕੋਈ ਤਿੱਖਾ ਤੀਰ ਮਾਰ ਦਿੱਤਾ ਹੋਵੇ, ਏਦਾਂ ਬਹੁਤ ਜ਼ਿਆਦਾ ਪੀੜਾ ਹੋਈ। ਇੱਕਦਮ ਜਿਹੜੀ ਖੁਸ਼ੀ ਸੀ ਮਨ ਦੀ ਸਮਾਪਤ ਹੋ ਗਈ। ਬਹੁਤ ਜ਼ਿਆਦਾ ਬੇਬੇ ਨਾਨਕੀ ਜੀ ਬੇਬਲ ਹੋ ਗਏ ਸੁਣ ਕੇ। ਤਨ ਸਨੇਹ ਸਾਗਰ ਮੈਂ ਮਗਨ ਗਿਆਨ ਕਿਨਾਰ ਨ ਪਾਵੇ। ਸਤਿਗੁਰਾਂ ਦੇ ਪ੍ਰੇਮ ਵਿੱਚ, ਸਨੇਹ ਵਿੱਚ ਬੇਬੇ ਨਾਨਕੀ ਜੀ ਦਾ ਤਨ ਮਗਨ ਹੋ ਗਿਆ, ਗਿਆਨ ਰੂਪੀ ਕਿਨਾਰਾ ਨਹੀਂ ਪਿਆ ਮਿਲਦਾ। ਉਸ ਪਰਮ ਸਨੇਹ ਦੇ ਵਿੱਚ ਬੇਬੇ ਨਾਨਕੀ ਜੀ ਦਾ ਤਨ ਔਰ ਮਨ ਭਿੱਜਾ ਹੋਇਆ ਹੈ। ਨੈ ਟਿਗ ਨਾਨਕ ਰੂਪ ਜਹਾਜੂ ਜਿਸ ਅਲੰਬ ਤਰ ਜਾਵੇ। ਕਹਿੰਦੇ ਸਨੇਹ ਦੇ ਸਮੁੰਦਰ ਵਿੱਚ ਡੁੱਬੇ ਹੋਏ ਨੇ ਬੇਬੇ ਨਾਨਕੀ ਜੀ, ਗਿਆਨ ਰੂਪੀ ਕਿਨਾਰਾ ਨਹੀਂ ਪਿਆ ਮਿਲਦਾ ਤੇ ਨਾ ਹੀ ਗੁਰੂ ਨਾਨਕ ਸਾਹਿਬ ਰੂਪੀ ਜਹਾਜ਼ ਨੇ ਕੋਲ, ਜਿਨ੍ਹਾਂ ਦੇ ਆਸਰੇ ਇਸ ਸਾਗਰ ਦੇ ਉੱਤੋਂ ਤਰ ਸਕਦੇ। ਗੁਰੂ ਨਾਨਕ ਪਾਤਸ਼ਾਹ ਵੀ ਇਸ ਵੇਲੇ ਕੋਲ ਨਹੀਂ ਹਨ। ਦਾਸੀ ਤੁਲਸਾਂ ਬੀਚੀ ਕੇ ਸਮ ਉਬਰਨ ਧੀਰ ਸੋ ਦੇਈ। ਲਾਗੇ ਦਾਸੀ ਤੁਲਸਾਂ ਖਲੋਤੀ ਸੀ, ਉਹ ਜਿਵੇਂ ਲਹਿਰਾਂ ਨਹੀਂ ਬਚਾਉਂਦੀਆਂ ਹੁੰਦੀਆਂ ਡੁੱਬਦੇ ਹੋਏ ਨੂੰ, ਤੇ ਤੁਲਸਾਂ ਲਾਗੇ ਲਹਿਰਾਂ ਦਾ ਕੰਮ ਕਰਨ ਲੱਗੀ ਹੈ ਬੇਬੇ ਨਾਨਕੀ ਦੀ ਦਾਸੀ। ਕਿ ਬੇਬੇ ਜੀ ਜਿਹੜੀ ਪਰਮ ਸਨੇਹ ਦੇ ਸਾਗਰ 'ਚ ਡੁੱਬ ਰਹੇ ਨੇ ਨਾ, ਉਹ ਲਹਿਰਾਂ ਬਣ ਕੇ ਉੱਤੋਂ ਤਾਰਨਾ ਚਾਹੁੰਦੀ ਹੈ ਤੁਲਸਾਂ ਦਾਸੀ। ਕੈਸਾ ਸੁੰਦਰ ਅਲੰਕਾਰ ਸਮੁੰਦਰ ਦਾ ਭਾਈ ਸਾਹਿਬ ਨੇ ਬੰਨਿਆ ਹੈ। ਕਹਿੰਦੇ ਦਾਸੀ ਜਿਹੜੀ ਆ ਤੁਲਸਾਂ, ਉਹ ਲਹਿਰਾਂ ਬਣ ਕੇ ਕੋਲ ਖੜੀ ਹੈ ਤੇ ਉਭਾਰਨ ਵਾਸਤੇ ਧੀਰਜ ਦੇ ਰਹੀ ਹੈ। ਪਹੁੰਚਤ ਬਦਨੰਗ ਭਨਤ ਦਿਲਾਸਾ
ਜਤਨ ਅਨੇਕ ਕਰੇ। ਦਾਸੀ ਤੁਲਸਾ ਆਪਣੇ ਗਲ ਚ ਪਾਏ ਪੱਲੂ ਨਾਲ ਬੇਬੇ ਨਾਨਕੀ ਦਾ ਮੁਖ ਪੂੰਝਦੀ ਹੈ, ਹੰਝੂ ਪੂੰਝਦੀ ਹੈ, ਨਾਲੇ ਦਿਲਾਸੇ ਦੇ ਬੋਲ ਬੋਲਦੀ, ਯਤਨ ਕਰਦੀ ਹੈ ਕਿ ਬੇਬੇ ਨਾਨਕੀ ਨੂੰ ਦਿਲਾਸਾ ਮਿਲੇ। ਰੋਦਨ ਕਰਤ ਨ ਨਿਵਰੈ ਕਿਤ ਬਿਦ। ਪਰ ਬੇਬੇ ਨਾਨਕੀ ਜੀ ਦਾ ਨੇਤਰਾਂ ਚੋਂ ਜਲ ਰੁਕ ਨਹੀਂ ਰਿਹਾ। ਪ੍ਰੇਮ ਦੇ ਵਿੱਚ ਮਗਨ ਹੋਇਆਂ ਦੇ ਨੇਤਰਾਂ ਵਿੱਚੋਂ ਨੀਰ ਵਹਿੰਦਾ ਹੀ ਚਲਾ ਜਾ ਰਿਹਾ। ਜਿੰਨਾ ਨੇਤਰ ਸਾਫ਼ ਕਰਦੀ ਹੈ ਤੁਲਸਾ, ਉਹਨੇ ਫਿਰ ਨੇਤਰ ਭਰ ਜਾਂਦੇ ਹਨ। ਜਦ ਪਰਿਦਾ ਗਿਆਨੀ। ਭਾਵੇਂ ਕਿ ਬੇਬੇ ਨਾਨਕੀ ਜੀ ਦਾ ਹਿਰਦਾ ਗਿਆਨਵਾਨ ਹੈ, ਉਹ ਸਭ ਕੁਝ ਜਾਣਦੇ ਹੈ, ਪਰ ਗੁਰੂ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਗਿਆਨ ਹੈ ਨਾ, ਉਹ ਖੁਸ਼ਕ ਗਿਆਨ ਨਹੀਂ ਹੈ। ਸਤਿਗੁਰਾਂ ਦੇ ਘਰ ਦਾ ਗਿਆਨ ਪ੍ਰੇਮ ਨਾਲ ਭਿੱਜਾ ਹੋਇਆ ਗਿਆਨ ਹੈ। ਭਾਵੇਂ ਕਿ ਬੇਬੇ ਜੀ ਦਾ ਹਿਰਦਾ ਗਿਆਨਵਾਨ ਹੈ, ਪਰ ਸਤਿਗੁਰਾਂ ਦੇ ਪਰਮ ਸਨੇਹ ਵਿੱਚ ਨੇਤਰਾਂ ਦੇ ਵਿੱਚੋਂ ਜਲ ਵਗਦਾ ਜਾ ਰਿਹਾ ਹੈ। ਮੇਰਾ ਵੀਰ ਇਕੱਲਾ ਰਹਿ ਜਾਏਗਾ, ਮਰਦਾਨਾ ਚਲਾ ਗਿਆ ਤੇ ਮੇਰਾ ਵੀਰ ਵੀ ਉਪਰਾਮ ਹੋ ਕੇ ਖਬਰੇ ਕਿੱਥੇ ਟੁਰ ਜਾਏ। ਕਈ ਤਰ੍ਹਾਂ ਦੀਆਂ ਸੋਚਾਂ ਬੇਬੇ ਜੀ ਦੇ ਮਨ 'ਚ ਆਉਂਦੀਆਂ, ਤੇ ਜੇ ਕਿਤੇ ਉਪਰਾਮ ਹੋ ਕੇ ਉਹ ਇੱਥੋਂ ਸੁਲਤਾਨਪੁਰ ਸਾਹਿਬ ਤੋਂ ਹੀ ਕਿਤੇ ਦੂਰ ਚਲੇ ਗਏ, ਫਿਰ ਤਾਂ ਮੈਨੂੰ ਵੀ ਦਰਸ਼ਨ ਹੋਣੇ ਨਹੀਂ। ਹੁਣ ਤਾਂ ਚਲੋ ਕਦੇ ਆ ਜਾਂਦੇ। ਤੋ ਬੇਬੇ ਜੀ ਦੇ ਪਰਮ ਪ੍ਰੇਮ ਦੇ ਵਿੱਚ ਬੇਬੇ ਜੀ ਦੇ ਨੇਤਰ ਭਰੇ ਹੋਏ ਨੇ। ਭਾਵੇਂ ਕਿ ਹਿਰਦਾ ਗਿਆਨ ਵਿੱਚ ਹੈ, ਪਰ ਫਿਰ ਵੀ ਨੇਤਰਾਂ 'ਚੋਂ ਨੀਰ ਵਹਿੰਦਾ ਜਾ ਰਿਹਾ ਹੈ। ਸ਼੍ਰੀ ਨਾਨਕ ਸਨੇਹ ਕੀ ਮਹਿਮਾ ਵਿਚਰਨ ਤੇ ਬਿਲਖਾਨੀ। ਸਤਿਗੁਰਾਂ ਦੇ ਪਰਮ ਸਨੇਹ ਦੀ ਜਿਹੜੀ ਮਹਿਮਾ ਹੈ ਨਾ, ਉਹਦੇ ਵਿਛੋੜੇ ਕਰਕੇ ਕਿ ਮੇਰਾ ਸਾਹਿਬ ਨਾਲ, ਮੇਰੇ ਪਾਤਸ਼ਾਹ ਨਾਲ ਵਿਛੋੜਾ ਹੋ ਜਾਣਾ ਹੈ। ਮਰਦਾਨਾ ਨਹੀਂ ਚੱਲਿਆ, ਮਾਨੋ ਗੁਰੂ ਨਾਨਕ ਸਾਹਿਬ ਵੀ ਹੁਣ ਚਲੇ ਜਾਣਗੇ। ਉਹ ਵਿਛੋੜੇ ਨੂੰ ਚੇਤੇ ਕਰ ਕਰਕੇ ਬੇਬੇ ਨਾਨਕੀ ਜੀ ਬੇਬਲ ਹੋ ਰਹੇ ਨੇ, ਵਿਰਲਾਪ ਕਰ ਰਹੇ ਨੇ। ਹੋ ਤੋ ਜੈ ਰਾਮ ਗਇਓ ਕਿਤ ਕਾਜਾ ਆਵਾ ਤੈ ਛਿਨ ਮਾਹੀ। ਭਾਈਆ ਜੈ ਰਾਮ ਜੀ ਕਿਤੇ ਬਾਹਰ ਗਏ ਹੋਏ ਸੀ। ਜਦੋਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਸਨ, ਬੇਬੇ ਜੀ ਦੇ ਨੇਤਰਾਂ 'ਚੋਂ ਨੀਰ ਵਹਿ ਰਿਹਾ ਸੀ। ਐਨ ਉਸੇ ਵੇਲੇ ਭਾਈਆ ਜੈ ਰਾਮ ਜੀ ਘਰ ਵਿੱਚ ਆਏ ਹਨ। ਬਿਸਮਾਦਿਓ ਰੋਦਤ ਪਸ਼ਯੰਤੋ। ਉਹਨਾਂ ਵੇਖਿਆ ਕਿ ਨਾਨਕੀ ਰੋ ਰਹੀ ਹੈ, ਨਾਨਕੀ ਦੇ ਨੇਤਰਾਂ 'ਚੋਂ ਨੀਰ ਹੈ। ਭਾਈਆ ਜੈ ਰਾਮ ਜੀ ਵੇਖ ਕੇ ਬੜੇ ਹੈਰਾਨ ਹੋਏ। ਤੁਲਸਾ ਸੋਂ ਬਚ ਪ੍ਰਾਹੀ। ਭਾਈਆ ਜੈ ਰਾਮ ਜੀ ਤੁਲਸਾ ਦਾਸੀ ਨੂੰ ਕਹਿਣ ਲੱਗੇ, ਕਹੋ ਕੈਸੇ ਕਿਆ ਭਇਓ ਕੋ ਕਾਜਾ। ਕਹਿਣ ਲੱਗੇ ਤੁਲਸਾ ਕੀ ਗੱਲ ਹੋ ਗਈ ਹੈ, ਕਿਹੜਾ ਇਹੋ ਜਿਹਾ ਖੋਟਾ ਕੰਮ ਹੋ ਗਿਆ ਕਿ ਨਾਨਕੀ ਰੋ ਰਹੀ ਹੈ? ਕੀ ਗੱਲ ਹੈ, ਕੀ ਕੰਮ ਵਿਗੜ ਗਿਆ, ਕੀ ਹੋ ਗਿਆ? ਏਦਾਂ ਬੜੀ ਹੈਰਾਨੀ ਨਾਲ ਜੈ ਰਾਮ ਜੀ ਪੁੱਛਦੇ। ਰੋਦਤ ਕਾਲੂ ਤਨੀਆਂ। ਹਾਂ, ਪਿਤਾ ਮਹਿਤਾ ਕਾਲੂ ਜੀ ਦੀ ਧੀ ਰਾਣੀ ਰੋ ਰਹੀ ਹੈ ਨਾਨਕੀ। ਕੀ ਗੱਲ ਹੈ, ਇਹਦੇ ਰੋਣ ਦਾ ਕੀ ਕਾਰਨ ਹੈ, ਕਿਹੜਾ ਕੰਮ ਵਿਗੜ ਗਿਆ ਹੈ? ਤੁਲਸਾ ਭਨਤ ਚਲਿਓ ਮਰਦਾਨਾ। ਅੱਗੋਂ ਤੁਲਸਾ ਦਾਸੀ ਬੋਲੀ, ਕਹਿਣ ਲੱਗੀ ਭਾਜੀ ਭਾਈ ਮਰਦਾਨਾ ਜੀ ਜਾ ਰਹੇ ਨੇ। ਭਾਈ ਮਰਦਾਨਾ ਜੀ ਕਹਿੰਦੇ ਵੀ ਮੈਂ ਤਲਵੰਡੀ ਚੱਲਿਆ ਹਾਂ। ਏਕਲ ਭਰਾਤਾ ਗੁਨੀਆਂ। ਤੇ ਨਾਨਕੀ ਜੀ ਤਾਂ ਰੋ ਰਹੇ ਨੇ, ਉਹ ਕਹਿੰਦੇ ਆ ਵੀ ਮੇਰਾ ਭਰਾ ਪਿੱਛੇ ਇਕੱਲਾ ਰਹਿ ਜਾਣਾ। ਮਰਦਾਨੇ ਨੇ ਟੁਰ ਜਾਣਾ ਤੇ ਮੇਰਾ ਭਰਾ ਪਿੱਛੇ ਇਕੱਲਾ ਰਹਿ ਜਾਏਗਾ। ਹੋਏ ਉਦਾਸੂ ਜਾਏ ਵਿਦੇਸ਼ਾ ਵਿਚਰਨ ਕੋ ਦੁਖ ਮਾਨਾ। ਕਿ ਉਦਾਸ ਹੋ ਕੇ ਇਹਨਾਂ ਨੇ ਵਿਦੇਸ਼ ਚਲਿਆ ਜਾਣਾ ਤੇ ਉਹਨਾਂ ਦੇ ਵਿਛੋੜੇ ਦਾ ਦੁੱਖ ਮੰਨੀ ਜਾਂਦੇ ਆਪਣੇ ਮਨ ਵਿੱਚ। ਨਾਨਕੀ ਜੀ ਭਾਈ ਬਾਲਾ ਜੀ ਪਹਿਲਾਂ ਚਲੇ ਗਏ ਹੈ, ਮਰਦਾਨਾ ਜੀ ਹੁਣ ਚੱਲੇ ਹੈ। ਹੁਣ ਇਹਨਾਂ ਦੇ ਮਨ 'ਚ ਵਿਛੋੜੇ ਦੀ ਤੜਫ ਦਾ ਦੁੱਖ ਹੈ ਕਿ ਹੁਣ ਉਦਾਸ ਹੋ ਕੇ ਇਹਨਾਂ ਦੇ ਭਰਾ ਨੇ ਸੁਲਤਾਨਪੁਰ ਸਾਹਿਬ ਛੱਡ ਕੇ ਕਿਤੇ ਦੂਰ ਚਲੇ ਜਾਣਾ। ਧਰਨ ਰਬਾਬ ਅਬੇ ਏ ਆਵਾ। ਤੇ ਭਾਈ ਮਰਦਾਨਾ ਜੀ ਹੁਣ ਰਬਾਬ ਰੱਖਣ ਆਏ ਨੇ। ਆ ਰਬਾਬ ਇਹਨਾਂ ਦੇ ਹੱਥਾਂ ਵਿੱਚ ਹੈ। ਇਹ ਰਬਾਬ ਇੱਥੇ ਆਪਣੇ ਕੋਲ ਘਰ ਰੱਖਣ ਆਏ ਹਨ। ਸੁਨ ਕਰ ਰੋਦਨ ਠਾਨਾ। ਇਹ ਸੁਣ ਕੇ ਨਾਨਕੀ ਜੀ ਰੁਦਨ ਕਰ ਰਹੇ ਨੇ। ਬੇਬੇ ਜੀ ਦੇ ਨੇਤਰਾਂ 'ਚ ਨੀਰ ਆ ਰਿਹਾ ਹੈ। ਭਨਤ ਜੈ ਰਾਮ
ਰਹੀਏ ਮਰਦਾਨਾ ਜਿਸ ਬਿਦ ਕਰੀਏ ਸੋ। ਅੱਧੀ ਪੰਕਤੀ ਪੜੀਏ। ਪੰਤ ਜੈ ਰਾਮ ਰਹੇ ਮਰਦਾਨਾ। ਭਾਈਆ ਜੈ ਰਾਮ ਜੀ ਕਹਿੰਦੇ ਆ ਵੀ ਰੋਣ ਦਾ ਤਾਂ ਕੋਈ ਫਾਇਦਾ ਨਹੀਂ, ਆਪਾਂ ਉਹ ਯਤਨ ਕਰੀਏ ਜਿਹੜੇ ਯਤਨ ਨਾਲ ਮਰਦਾਨਾ ਰਹਿ ਜਾਏ ਇੱਥੇ। ਆਪਾਂ ਇਹਨੂੰ ਜਾਣ ਹੀ ਨਹੀਂ ਦਿੰਦੇ ਮਰਦਾਨੇ ਨੂੰ। ਆਪਾਂ ਕੋਈ ਇਦਾਂ ਦਾ ਯਤਨ ਕਰ ਲਈਏ ਜਿਹਦੇ ਨਾਲ ਭਾਈ ਮਰਦਾਨਾ ਜੀ ਇੱਥੇ ਗੁਰੂ ਸਾਹਿਬ ਕੋਲ ਰਹਿ ਜਾਣ। ਜਿਸ ਬਿਦ ਕਰੀਏ ਸੋ। ਜਿਸ ਤਰੀਕੇ ਰਹਿੰਦੇ ਹੋਣ ਉਦਾਂ ਰੱਖ ਲਈਏ। ਰਾਖੇ ਇਹਾਂ ਨਾ ਜਾਵੇਂ ਘਰ ਕੋ। ਆਪਾਂ ਭਾਈ ਮਰਦਾਨੇ ਨੂੰ ਇੱਥੇ ਰੱਖ ਲੈਨੇ ਆ, ਇਹਨਾਂ ਨੂੰ ਘਰ ਨਹੀਂ ਜਾਣ ਦਿੰਦੇ। ਕਿਉਂ ਉਦਾਸ ਉਰ ਹੋ। ਨਾਨਕੀ ਤੂੰ ਉਦਾਸ ਕਿਉਂ ਹੁੰਨੀ ਆ, ਤੂੰ ਕਿਉਂ ਰੁਦਨ ਕਰਦੀ ਆ? ਆਪਾਂ ਮਰਦਾਨੇ ਨੂੰ ਜਾਣ ਹੀ ਨਹੀਂ ਦੇਣਾ, ਇੱਥੇ ਹੀ ਰੱਖ ਲੈਨੇ ਆ। ਸੁਨ ਆਰਜ ਸੁਤ ਜੇ ਮਰਦਾਨਾ। ਸੁਣ ਕੇ ਬੇਬੇ ਨਾਨਕੀ ਜੀ ਬੋਲੇ, ਕਹਿਣ ਲੱਗੇ ਪਤੀ ਦੇਵ ਜੀ ਜੇਕਰ ਭਾਈ ਮਰਦਾਨਾ ਰਹੇ ਪ੍ਰਾਤ ਕੇ ਪਾਸੂ। ਮੇਰੇ ਵੀਰ ਦੇ ਕੋਲ ਰਹਿ ਜਾਏ, ਜੇ ਮੇਰੇ ਭਰਾ ਦਾ ਸੰਗ ਛੱਡ ਕੇ ਨਾ ਜਾਵੇ। ਪਰਚੇ ਰਹੇ ਦੂਰ ਨੇ ਜਾਵੇ। ਤੇ ਮੇਰਾ ਵੀਰ ਇਹਨਾਂ ਨਾਲ ਪਰਚਿਆ ਰਹੇਗਾ, ਇਹਨਾਂ ਨਾਲ ਉਹਨਾਂ ਦਾ ਮਨ ਲੱਗਾ ਰਹੇਗਾ ਤੇ ਉਹ ਇੱਥੋਂ ਦੂਰ ਨਹੀਂ ਜਾਣਗੇ, ਦੂਰ ਦੂਰ ਕਿਤੇ ਨਹੀਂ ਜਾਣਗੇ। ਨਹੀਂ ਤਾਂ ਪੁਨ ਹੋਏ ਉਦਾਸੂ। ਜੇ ਇਹ ਚਲਾ ਗਿਆ ਮਰਦਾਨਾ ਤੇ ਮੇਰੇ ਵੀਰ ਨੇ ਵੀ ਉਦਾਸ ਹੋ ਜਾਣਾ, ਉਪਰਾਮ ਹੋ ਜਾਣਾ, ਤੇ ਹੋ ਸਕਦਾ ਉਹ ਇੱਥੋਂ ਕਿਤੇ ਦੂਰ ਚਲੇ ਜਾਣ। ਨਿਕਟ ਰਹਿਤ ਆਨਨ ਅਰਬਿੰਦਾ। ਇੱਥੇ ਕੋਲ ਰਹਿੰਦੇ ਨੇ ਤਾਂ ਮੈਨੂੰ ਕਦੇ ਕਦੇ ਉਹਨਾਂ ਦੇ ਦਰਸ਼ਨ ਹੋ ਜਾਂਦੇ ਆ, ਮੈਂ ਉਹਨਾਂ ਦੇ ਕਮਲ ਸਰੀਖੇ ਸੋਹਣੇ ਮੁਖ ਮੰਡਲ ਦੇ ਦੀਦਾਰ ਕਰ ਲੈਨੀ ਆ। ਕਬ ਕਬ ਹੋਏ ਪਸ਼ਯੰਤੋ। ਕਦੇ ਕਦੇ ਦਰਸ਼ਨ ਤਾਂ ਹੋ ਜਾਂਦੇ ਆ ਨਾ ਇੱਥੇ ਜਦੋਂ ਰਹਿੰਦੇ ਹਨ। ਜਾਏ ਵਿਦੇਸ਼ ਨਦੀ ਸੇ ਮੋਹ। ਤੇ ਜੇ ਕਿਤੇ ਉਹ ਦੂਰ ਵਿਦੇਸ਼ ਚਲੇ ਗਏ ਫਿਰ ਤਾਂ ਉਹਨਾਂ ਨੇ ਮੈਨੂੰ ਦਿਸਣਾ ਨਹੀਂ। ਮੈਂ ਇਸ ਕਰਕੇ ਰੋ ਰਹੀ ਆ ਕਿ ਮੈਂ ਉਹਨਾਂ ਨੂੰ ਵੇਖੇ ਬਿਨਾ, ਉਹਨਾਂ ਦੇ ਦਰਸ਼ਨ ਕੀਤੇ ਬਿਨਾ ਕਿਵੇਂ ਰਹਾਂਗੀ। ਮਨ ਲਖ ਇਉਂ ਬਿਲਖੰਤੋ। ਇਹ ਜਾਣ ਕੇ ਮੇਰਾ ਮਨ ਵਿਰਲਾਪ ਕਰ ਰਿਹਾ, ਮੈਂ ਬੇਬਲ ਹੋ ਰਹੀ ਹਾਂ। ਕਹੇ ਜੈ ਰਾਮ ਨਾਨਕ ਪਰ ਨਿਸ਼ਚਾ। ਸੁਣ ਕੇ ਭਾਈਆ ਜੈ ਰਾਮ ਜੀ ਫਿਰ ਬੋਲੇ, ਕਹਿੰਦੇ ਨਾਨਕੀ ਤੇਰੇ ਮਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੇ ਉੱਤੇ ਬੜਾ ਪਰਪੱਕ ਨਿਸ਼ਚਾ ਹੈ। ਔਰ ਥਿਰ ਗਿਰ ਸਰ ਤੇਰੇ। ਤੇਰਾ ਹਿਰਦਾ, ਤੇਰਾ ਨਿਸ਼ਚਾ ਜਿਵੇਂ ਸੁਮੇਰ ਪਰਬਤ ਅਡੋਲ ਹੁੰਦਾ ਨਾ, ਏਦਾਂ ਸੁਮੇਰ ਪਰਬਤ ਵਾਂਗੂ ਤੇਰਾ ਹਿਰਦਾ ਅਡੋਲ ਹੈ। ਭ੍ਰਮ ਬਜਰ ਤੇ ਥਰ ਹਰ ਡੋਲਿਓ। ਤੇ ਉਹਦੇ ਤੇ ਵੀ ਮਾਨੋ ਜਿਵੇਂ ਭਰਮ ਦਾ ਬਜਰ ਪੈ ਗਿਆ ਤੇ ਤੇਰਾ ਹਿਰਦਾ ਵੀ ਡੋਲ ਗਿਆ ਨਾਨਕੀ। ਧੀਰ ਨਸੀ ਏ ਬੇਰੇ। ਇਸ ਵਾਰ ਤਾਂ ਤੇਰਾ ਵੀ ਧੀਰਜ ਚਲਾ ਗਿਆ। ਪਹਿਲਾਂ ਤੂੰ ਧੀਰਜ ਸਾਨੂੰ ਦਿੰਦੀ ਸੀ, ਅੱਜ ਤੂੰ ਆਪ ਆਪਣਾ ਧੀਰਜ ਤਿਆਗ ਬੈਠੀ ਐ। ਨਿਤਾ ਪ੍ਰਤੀ ਮੁਝ ਕੋ ਸਮਝਾਵਤ। ਅੱਗੇ ਤਾਂ ਨਾਨਕੀ ਤੂੰ ਮੈਨੂੰ ਰੋਜ਼ ਸਮਝਾਉਂਦੀ ਸੀ, ਮੈਨੂੰ ਰੋਜ਼ ਦਿਲਾਸਾ ਤੇ ਧੀਰਜ ਦਿੰਦੀ ਸੀ। ਅਬ ਕਿਉਂ ਉਰ ਮੈਂ ਭਰਮੀ। ਤੇ ਅੱਜ ਨਾਨਕੀ ਤੂੰ ਕਿਉਂ ਭਰਮ ਗਈ? ਅੱਜ ਤੇਰੇ ਮਨ 'ਚ ਏਦਾਂ ਕਿਉਂ ਡਾਵਾਂ ਡੋਲਤਾ ਆ ਗਈ? ਸ਼੍ਰੀ ਨਾਨਕ ਅਵਿਲੰਬ ਸਦਾ ਨਿਜ। ਧੰਨ ਗੁਰੂ ਨਾਨਕ ਸਾਹਿਬ ਸਦਾ ਹੀ ਆਪਣੇ ਪਿਆਰਿਆਂ ਸੇਵਕਾਂ ਦੇ ਆਸਰੇ ਹਨ। ਉਹ ਤਾਂ ਸਦਾ ਹੀ ਆਪਣੇ ਸੇਵਕਾਂ ਨੂੰ ਆਸਰਾ ਦਿੰਦੇ ਹਨ। ਲਖੇ ਸੋ ਤਿਨ ਕੇ ਮਰਮੀ। ਜਿਹੜੇ ਉਹਨਾਂ ਦਾ ਭੇਦ ਜਾਣਨ ਵਾਲੇ ਨੇ ਉਹ ਇਹ ਜਾਣਦੇ ਨੇ ਕਿ ਗੁਰੂ ਨਾਨਕ ਸਾਹਿਬ ਆਪਣੇ ਪਿਆਰਿਆਂ ਦਾ ਆਸਰਾ ਹਨ। ਪੁਨ ਮਰਦਾਨਾ ਜੈਸੇ ਰਹਿ ਪੁਰ। ਫਿਰ ਭਾਈ ਮਰਦਾਨਾ ਜੀ ਜਿਵੇਂ ਰਹਿਣ ਇਸ ਨਗਰ ਵਿੱਚ, ਤੈਸੇ ਕਰੋ ਉਪਾਈ। ਆਪਾਂ ਕੋਈ ਐਸਾ ਉਪਾਅ ਕਰੀਏ, ਕੋਈ ਐਸਾ ਤਰੀਕਾ ਕਰੀਏ। ਕੈਸੇ ਹਿਰਦੇ ਉਦਾਸ ਪਇਓ ਹੈ। ਪਹਿਲਾਂ ਪੁੱਛੀਏ ਵੀ ਮਰਦਾਨੇ ਦਾ ਮਨ ਉਦਾਸ ਕਿਉਂ ਹੋਇਆ। ਪਹਿਲਾਂ ਇਹਨੂੰ ਤਾਂ ਪੁੱਛੀਏ ਵੀ ਇਹ ਕਿਉਂ ਜਾਣਾ ਚਾਹੁੰਦਾ, ਇਹਦਾ ਮਨ ਉਦਾਸ ਕਿਉਂ ਹੋਇਆ। ਕਿਉਂ ਤਲਵੰਡੀ ਜਾਈ। ਹਾਂ ਮਰਦਾਨਿਆ ਤੂੰ ਕਿਉਂ ਜਾਣਾ ਚਾਹੁੰਦਾ ਤਲਵੰਡੀ? ਤੇਰੇ ਮਨ 'ਚ ਕਿਉਂ ਉਦਾਸੀ ਆਈ ਹੈ? ਤੂੰ ਕਿਉਂ ਸਾਹਿਬ ਨੂੰ ਛੱਡ ਕੇ ਜਾ ਰਿਹਾ ਹੈ? ਭਨਤ ਨਾਨਕੀ ਬੂਝੋ ਤੈਸੋ। ਬੇਬੇ ਨਾਨਕੀ ਜੀ ਕਹਿੰਦੇ ਇਹਨਾਂ ਨੂੰ ਹੀ ਪੁੱਛ ਲੋ ਜੀ, ਮਰਦਾਨੇ ਨੂੰ ਹੀ। ਮੈਨੂੰ ਤਾਂ ਪਤਾ ਨਹੀਂ ਵੀ ਇਹਦੇ ਮਨ 'ਚ ਉਦਾਸੀ ਕਿਹੜੇ ਗੱਲੇ ਆਈ ਹੈ। ਕਿਉਂ ਦਿਲਗੀਰ ਪਇਓ ਹੈ। ਇਹਦਾ
ਤੇਰਾ ਮਨ ਭਲਾ ਕਿਉਂ ਦਿਲਗੀਰ ਹੋਇਆ ਹੈ? ਇਹ ਕਿਉਂ ਦੁਖੀ ਹੋ ਕੇ ਜਾ ਰਿਹਾ ਹੈ? ਕਹਿ ਜੈ ਰਾਮ ਸੁਨੀਏ ਮਰਦਾਨਾ। ਇਹ ਸੁਣ ਕੇ ਭਾਈ ਮਰਦਾਨਾ ਜੀ ਨੂੰ ਭਾਈਆ ਜੈ ਰਾਮ ਜੀ ਬੋਲੇ, ਕਹਿਣ ਲੱਗੇ ਕਿਉਂ ਤੁਮ ਚਲਨ ਚਿਓ ਕਹਿੰਦੇ ਹੈ। ਹਾਂ ਮਰਦਾਨਿਆ, ਦੱਸ ਬਈ ਤੂੰ ਕਿਉਂ ਜਾ ਰਿਹਾ ਹੈ? ਤੇਰੇ ਜਾਣ ਦਾ ਕੀ ਕਾਰਨ ਹੈ? ਸ਼੍ਰੀ ਨਾਨਕ ਕੋ ਬੋਹਿਤ ਤੋ ਪਰ। ਤੇਰਾ ਗੁਰੂ ਨਾਨਕ ਸਾਹਿਬ ਨਾਲ ਬੜਾ ਹਿੱਤ ਹੈ। ਬਚਪਨ ਵਿੱਚ ਤੂੰ ਸਤਿਗੁਰਾਂ ਦੇ ਨਾਲ ਰਿਹਾ, ਤੇਰੇ ਨਾਲ ਤਾਂ ਉਹ ਪ੍ਰੇਮ ਹੀ ਬਹੁਤ ਕਰਦੇ ਹਨ। ਕੈਸੇ ਭਾਈ ਵਿਚਾਰਾ। ਤੇ ਕੀ ਵਿਚਾਰ ਹੋ ਗਈ ਕਿ ਅਚਾਨਕ ਤੂੰ ਉਹਨਾਂ ਨੂੰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ? ਰਹੋ ਸੰਗ ਨਾ ਕਰੋ ਪਿਆਨਾ। ਮਰਦਾਨਿਆ ਉਹਨਾਂ ਦੇ ਨਾਲ ਹੀ ਰਹਿ, ਹੁਣ ਉਹਨਾਂ ਨੂੰ ਛੱਡ ਕੇ ਨਾ ਜਾ। ਚਾਹੋ ਜੋ ਲਿਓ ਨਾ ਅਵਾਰਾ। ਆ ਜੋ ਤੈਨੂੰ ਚਾਹੀਦਾ ਤੂੰ ਦੱਸ ਆਪਣੇ ਮੂੰਹੋਂ, ਤੈਨੂੰ ਦੇਰੀ ਨਹੀਂ ਲਾਵਾਂਗੇ ਦਿੰਦੇ। ਜੋ ਤੂੰ ਆਖੇਗਾ, ਜੋ ਤੂੰ ਕਹੇਗਾ ਆਪਣੇ 32 ਦੰਦਾਂ ਤੋਂ, ਉਹਾ ਕੁਝ ਤੇਰੇ ਕੋਲ ਹਾਜ਼ਰ ਕਰ ਦਿਆਂਗੇ। ਸੁਨ ਜੈ ਰਾਮ ਤਿਨ ਸੰਗ ਨਾ ਨਿਭਹਿ। ਸੁਣ ਕੇ ਅੱਗੋਂ ਭਾਈ ਮਰਦਾਨਾ ਜੀ ਬੋਲੇ, ਕਹਿੰਦੇ ਭਾਈਆ ਜੀ ਗੱਲ ਏਦਾਂ ਵੀ ਮੇਰੀ ਨਹੀਂ ਉਹਨਾਂ ਨਾਲ ਨਿਭਣੀ, ਮੇਰਾ ਉਹਨਾਂ ਨਾਲ ਨਿਭਾਓ ਔਖਾ ਹੈ। ਕਲਾਵਾਨ ਅਵਤਾਰਾ। ਉਹ ਕਲਾਵਾਨ ਅਵਤਾਰੀ ਪੁਰਸ਼ ਨੇ, ਉਹਨਾਂ ਵਰਗਾ ਅਵਤਾਰੀ ਪੁਰਸ਼ ਕੋਈ ਨਹੀਂ। ਲਗੀ ਸਮਾਦ 3 ਦਿਨ ਬੀਤੇ। 3 ਦਿਨ ਹੋ ਗਏ ਨੇ ਉਹਨਾਂ ਦੀ ਸਮਾਧੀ ਲੱਗੀ ਨੂੰ। ਮੈਂ ਅੱਜ ਆਇਆ ਉਹਨਾਂ ਕੋਲ, ਅੱਜ ਉਹਨਾਂ ਦੀ ਸਮਾਧੀ ਖੁੱਲੀ ਹੈ। 3 ਦਿਨ ਬੀਤ ਗਏ ਨੇ ਉਹਨਾਂ ਦੀ ਸਮਾਧੀ ਵਿੱਚ ਉਹਨਾਂ ਨੂੰ ਬੈਠਿਆਂ। ਹਾਥ ਨ ਆਏ ਆਹਾਰਾ। ਤੇ 3 ਦਿਨਾਂ ਤੋਂ ਮੈਂ ਉਹਨਾਂ ਦੇ ਕੋਲ ਬੈਠਾ ਰਿਹਾ, ਉਹ ਤਾਂ ਬੈਠੇ ਰਹੇ ਸਮਾਧੀ ਵਿੱਚ, ਤੇ ਮੈਂ ਭੁੱਖਾ ਉੱਥੇ ਸੁੱਟਦਾ ਰਿਹਾ। ਮੈਨੂੰ ਖਾਣ ਨੂੰ 3 ਦਿਨਾਂ 'ਚ ਭੋਜਨ ਨਹੀਂ ਮਿਲਿਆ। ਲਾਗੇ ਸ਼ੁਕਰ ਹੈ ਪਰਮੇਸ਼ਰ ਦਾ ਵੀ ਪਾਣੀ ਸੀ, ਪਾਣੀ ਪੀ ਕੇ ਕੋਲੋਂ ਗੁਜ਼ਾਰਾ ਕਰਦਾ ਰਿਹਾ, ਪਰ 3 ਦਿਨਾਂ ਤੋਂ ਮੈਂ ਪ੍ਰਸ਼ਾਦਾ ਨਹੀਂ ਛਕਿਆ ਭਾਈਆ ਜੀ। ਤਿਨ ਕੋ ਭੂਖ ਪਿਆਸ ਨੇ ਕਬਹੂ। ਕਿਉਂਕਿ ਉਹਨਾਂ ਨੂੰ ਨਾ ਤਾਂ ਭੁੱਖ ਵਿਆਪਦੀ ਹੈ, ਨਾ ਉਹਨਾਂ ਨੂੰ ਪਿਆਸ ਵਿਆਪਦੀ ਹੈ। ਹੋ ਭੋਜਨ ਨਿਤ ਚਾਹੋ। ਤੇ ਮੈਂ ਰੋਜ਼ ਭੋਜਨ ਦੀ ਇੱਛਾ ਰੱਖਦਾ, ਮੈਨੂੰ ਤਾਂ ਰੋਜ਼ ਪ੍ਰਸ਼ਾਦਾ ਚਾਹੀਦਾ ਛਕਣ ਲਈ। ਨਗਰ ਮਦ ਮੁਝ ਨਹੀਂ ਸੰਦੇਹਾ। ਫਿਰ ਹਾਂ ਦੂਜੀ ਗੱਲ ਇਹ ਵੀ ਹੈ ਵੀ ਚਲੋ ਪਿੰਡ 'ਚ ਕਿਤੇ ਹੋਈਏ, ਨਗਰ 'ਚ ਹੋਈਏ, ਤੇ ਉੱਥੇ ਤਾਂ ਕੋਈ ਸੰਦੇਹ ਨਹੀਂ ਹੁੰਦਾ। ਕਾਨਨ ਕਹਤੇ ਖਾਹੋ। ਵੀ ਨਗਰ ਵਿੱਚੋਂ ਤਾਂ ਕੋਈ ਨਾ ਕੋਈ ਬੰਦਾ ਦਿਸ ਜਾਏਗਾ, ਉਹਦੇ ਕੋਲੋਂ ਪ੍ਰਸ਼ਾਦਾ ਲੈ ਕੇ ਛਕ ਲਾਂਗੇ। ਪਰ ਜਿੱਥੇ ਉਹ ਜੰਗਲ 'ਚ ਬੈਠੇ ਉੱਥੇ ਤਾਂ ਬੰਦਾ ਹੀ ਨਹੀਂ ਦਿਸਦਾ ਕੋਈ, ਉੱਥੇ ਤਾਂ ਸੰਦੇਹ ਹੈ ਨਾ। ਉੱਥੇ ਹੁਣ ਪ੍ਰਸ਼ਾਦੇ ਦਾ ਕਿਵੇਂ ਬੰਦੋਬਸਤ ਹੋਵੇ? ਮਰ ਹਰੀ ਚੰਦ ਸੁਨੀਏ ਮਰਦਾਨਾ। ਕਰ ਗੁਜਰਾਨਾ ਜੈ ਬਿਦ ਹੋਏ ਤੁਮਾਰ। ਇਹ ਸੁਣ ਕੇ ਭਾਈਆ ਜੈ ਰਾਮ ਜੀ ਬੋਲੇ, ਕਹਿੰਦੇ ਮਰਦਾਨਿਆਂ ਸੁਣ, ਤੂੰ ਉਸ ਤਰੀਕੇ ਨਾਲ ਗੁਜਰਾਨ ਕਰ ਜਿਵੇਂ ਤੇਰੀ ਹੁੰਦੀ। ਤੈਨੂੰ ਪ੍ਰਸ਼ਾਦਾ ਚਾਹੀਦਾ, ਪ੍ਰਸ਼ਾਦਾ ਛਕਿਆ ਕਰ, ਜਿਵੇਂ ਤੇਰਾ ਗੁਜ਼ਾਰਾ ਹੁੰਦਾ ਤੂੰ ਤਿਵੇਂ ਕਰ। ਰਹੋ ਪੁਰ ਸੁਲਤਾਨਾ ਕਰ ਘਰ ਖਾਨਾ। ਦੋਨੋਂ ਕਾਲ ਆਹਾਰ। ਤੂੰ ਇੱਥੇ ਸੁਲਤਾਨਪੁਰ ਸਾਹਿਬ ਰਹਿ। ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਭਾਵੇਂ ਬਾਹਰ ਬੰਨ 'ਚ ਬੈਠੇ ਰਹਿੰਦੇ ਐ, ਪਰ ਤੂੰ ਤਾਂ 2 ਵਕਤ ਚੱਲ ਕੇ ਆ ਸਕਦਾ ਨਾ ਇੱਥੇ ਘਰ। ਆਪਣੀ ਭੈਣ ਬੇਬੇ ਨਾਨਕੀ ਦੇ ਕੋਲੋਂ ਆ ਕੇ ਪ੍ਰਸ਼ਾਦਾ 2 ਵੇਲੇ ਛਕ ਦਿਆ ਕਰ। ਵੀ ਤੂੰ ਕਾਹਨੂੰ ਉੱਥੇ 3 ਦਿਨ ਬੈਠਾ ਰਿਹਾ? ਤੂੰ ਆ ਜਾਂਦਾ ਇੱਥੇ ਭੋਜਨ ਛਕ ਜਾਂਦਾ। ਵੀ ਤੈਨੂੰ ਕਿਸੇ ਨੇ ਇਨਕਾਰ ਕਰਨਾ ਸੀ? ਇਹ ਤੇਰਾ ਘਰ ਨਹੀਂਗਾ। ਏਦਾਂ ਭਾਈਆ ਜੈ ਰਾਮ ਜੀ ਕਹਿੰਦੇ, ਤੂੰ ਜਿੰਨਾ ਚਿਰ ਇੱਥੇ ਰਹਿਣਾ ਸੁਲਤਾਨਪੁਰ ਸਾਹਿਬ, ਤੂੰ ਇੱਥੇ ਆ ਕੇ ਘਰ 2 ਵੇਲੇ ਪ੍ਰਸ਼ਾਦਾ ਛਕ ਜਾਇਆ ਕਰ। ਜੇ ਗਵਨੋ ਆਨਾ ਲਿਓ ਤਨ ਪਾਨਾ। ਤੇ ਜੇ ਤੂੰ ਸਤਿਗੁਰਾਂ ਦੇ ਨਾਲ ਕਿਤੇ ਹੋਰ ਜਾਏਗਾ, ਗੁਰੂ ਸਾਹਿਬ ਜਾਣਗੇ, ਤਾਂ ਤੂੰ ਸਾਡੇ ਕੋਲੋਂ ਆ ਰੁਪਈਏ ਲੈ ਲੈ, ਪੈਸੇ ਲੈ ਜਾ ਨਾਲ। ਕਰ ਖਰੀਦ ਤੈਂ ਖਾਓ। ਤੇ ਨਾਲ ਪੈਸੇ ਲੈ ਜਾ, ਤੇ ਜੇ ਸਤਿਗੁਰਾਂ ਨਾਲ ਜਾਏਗਾ ਭੋਜਨ ਕਿਤੇ ਨਾ ਮਿਲੇ ਤੇ ਖਰੀਦ ਕੇ ਛਕ ਲਈ। ਤੈਨੂੰ ਅਸੀਂ ਪੈਸੇ ਦਿੰਨੇ ਆ, ਰੁਪਈਏ ਦੇ ਦਿੰਨੇ ਆ। ਨਾ ਕਰੋ ਪਿਆਨਾ
ਰਹੋ ਏ ਥਾਨਾ। ਮਰਦਾਨਿਆ ਤੂੰ ਨਾ ਜਾ, ਤੂੰ ਇੱਥੇ ਹੀ ਰਹਿ ਸਤਿਗੁਰਾਂ ਦੇ ਕੋਲ। ਨਾਨਕ ਟਿਗੇ ਹਰ ਖਾਓ। ਗੁਰੂ ਪਾਤਸ਼ਾਹ ਦੇ ਕੋਲ ਰਹਿ ਕੇ ਖੁਸ਼ੀ ਮਾਣ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਪਾਤਰ ਬਣ। ਸੁਨ ਕਰ ਮਰਦਾਨਾ ਉਰੇ ਹਰ ਖਾਨਾ। ਸੁਣ ਕੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਵੀ ਇਹ ਤਾਂ ਗੱਲ ਬਣ ਗਈ ਵੀ ਜਿੰਨਾ ਚਿਰ ਰਹਾਂਗਾ ਇੱਥੇ 2 ਵੇਲੇ ਭੋਜਨ ਮਿਲ ਜਾਏਗਾ, ਬਾਹਰ ਜਾਵਾਂਗਾ ਤਾਂ ਪੈਸੇ ਦੇ ਰਹੇ ਨੇ ਅਗਲੇ, ਤੇ ਜਿੱਥੇ ਲੋੜ ਪਏਗੀ ਪੈਸਿਆਂ ਦਾ ਧਨ ਖਰੀਦ ਕੇ ਛਕ ਲਿਆ ਕਰਾਂਗਾ, ਅੰਨ ਖਰੀਦ ਕੇ ਛਕ ਲਿਆ ਕਰਾਂਗਾ। ਏਦਾਂ ਖੁਸ਼ੀ ਹੋ ਗਈ ਭਾਈ ਮਰਦਾਨੇ ਨੂੰ। ਕੀਨੋ ਰਹਿਨ ਵਿਚਾਰ। ਵਿਚਾਰ ਕੀਤੀ ਵੀ ਚਲੋ ਰਹਿ ਜਾਂਦੇ ਆ। ਭਾਗ ਸਵੱਲੇ ਸਨ ਭਾਈ ਮਰਦਾਨੇ ਦੇ। ਇਹ ਤਾਂ ਕਈ ਵਾਰੀ ਆਉਣਾ ਛੱਡ ਕੇ ਭੁੱਖ ਕਰਕੇ, ਤੇ ਕਈ ਵਾਰੀ ਪਰਤਣਾ ਸੀ ਮਰਦਾਨੇ ਨੇ। ਇਹ ਤਾਂ ਹਾਲੇ ਪਹਿਲੀ ਵਾਰੀ ਸੀ ਨਾ, ਅੱਗੇ ਕਈ ਵਾਰੀ ਏਦਾਂ ਵਰਤਣਾ ਸੀ। ਕਈ ਵਾਰੀ ਆਉਣਾ ਮਰਦਾਨੇ ਨੇ ਛੱਡ ਕੇ, ਫਿਰ ਮੁੜ ਕੇ ਜਾਣਾ, ਕਦੇ ਕੌਡੇ ਤੋਂ ਡਰ ਕੇ ਵਾਪਸ ਜਾਊ। ਭਾਈ ਮਰਦਾਨਾ ਜੀ ਵਿਚਾਰ ਕੀਤੀ ਵੀ ਚਲੋ ਹੁਣ ਰਹਿ ਜਾਂਦੇ ਹਾਂ। ਮੁਖ ਬਚਨ ਬਖਾਨਾ ਤੁਮ ਕਹਿ ਮਾਨਾ। ਕਹਿਣ ਲੱਗੇ ਭਾਈਆ ਜੀ ਤੁਸੀਂ ਹੋ ਸਾਡੇ ਪਿੰਡ ਦੇ ਜਵਾਈ ਭਾਈ, ਮੇਰੀ ਭੈਣ ਤੁਹਾਨੂੰ ਵਿਆਹੀ ਹੋਈ ਹੈ ਤੇ ਮੈਂ ਤੁਹਾਡਾ ਕਹਿਣਾ ਨਹੀਂ ਮੋੜਦਾ, ਤੁਹਾਡਾ ਬਚਨ ਨਹੀਂ ਮੋੜਦਾ। ਨਾਲੇ ਤੁਸੀਂ ਵੱਡੇ ਜੇ, ਸਤਿਕਾਰਯੋਗ ਹੋ, ਇੰਨਾ ਪ੍ਰੇਮ ਕਰਦੇ ਹੋ, ਤੇ ਮੈਂ ਤੁਹਾਡਾ ਕਹਿਣਾ ਨਹੀਂ ਮੋੜਦਾ। ਜਾਉ ਨਾ ਮੈਂ ਅਗਾਰ। ਚੰਗਾ ਮੈਂ ਨਹੀਂ ਜਾਂਦਾ ਤਲਵੰਡੀ, ਮੈਂ ਇੱਥੇ ਹੀ ਗੁਰੂ ਸਾਹਿਬ ਕੋਲ ਰਹਾਂਗਾ। ਹੋਈ ਪੁਨ ਰਹਿਣਾ ਰਿਓ ਸੋਐਨਾ। ਰਾਤ ਪੈ ਗਈ ਸੀ, ਸ਼ਾਮ ਦਾ ਵੇਲਾ ਸੀ। ਭਾਈ ਸਾਹਿਬ ਉੱਥੇ ਹੀ ਰਹਿ ਗਏ। ਕਹਿੰਦੇ ਚੰਗਾ ਅੱਜ ਰਾਤ ਮੈਂ ਇੱਥੇ ਕੱਟ ਲੈਣਾ, ਸਵੇਰੇ ਗੁਰੂ ਸਾਹਿਬ ਦੇ ਕੋਲ ਚਲਾ ਜਾਵਾਂਗਾ। ਖੁਸ਼ੀ ਨਾਨਕੀ ਪੂਰੇ। ਇਹ ਵੇਖ ਕੇ ਬੇਬੇ ਨਾਨਕੀ ਨੂੰ ਚਾਅ ਚੜ ਗਿਆ, ਖੁਸ਼ੀ ਆਈ ਵੀ ਚਲੋ ਮੇਰੇ ਭਰਾ ਦਾ ਸਾਥ ਬਣ ਗਿਆ। ਬੇਬੇ ਨਾਨਕੀ ਨੂੰ ਬੜੀ ਖੁਸ਼ੀ ਹੋਈ। ਜੋ ਹੋਏ ਰੁਕ ਗ੍ਰਹਿ ਨਰ ਜਾਵੇ। ਜੋ ਹੋਏ ਰੁਕ ਗ੍ਰਹਿ ਨਰ ਜਾਵੇ ਤੇ ਟਰ। ਕਹਿੰਦੇ ਮਾਨੋ ਜਿਵੇਂ ਕਿਸੇ ਤੇ ਗ੍ਰਹਿ ਲੱਗਾ ਹੋਵੇ ਨਾ, ਕਿਸੇ ਬੰਦੇ ਤੇ ਅਚਾਨਕ ਉਹ ਗ੍ਰਹਿ ਟਲ ਜਾਏ, ਤੇ ਲੋਕ ਕਹਿੰਦੇ ਬੜੀ ਖੁਸ਼ੀ ਹੁੰਦੀ ਵੀ ਇਹਦਾ ਗ੍ਰਹਿ ਟਲ ਗਿਆ, ਮਾੜਾ ਗ੍ਰਹਿ ਸੀ। ਕਹਿੰਦੇ ਉਦੋਂ ਜਿਵੇਂ ਖੁਸ਼ੀ ਹੁੰਦੀ ਹੈ ਨਾ, ਏਦਾਂ ਬੇਬੇ ਨਾਨਕੀ ਨੂੰ ਖੁਸ਼ੀ ਹੋਈ, ਮਾਨੋ ਜਿਵੇਂ ਕੋਈ ਮਾੜਾ ਗ੍ਰਹਿ ਟਲ ਗਿਆ ਹੋਵੇ। ਤਿਉ ਉਰ ਪੀਰਾ ਦੂਰ। ਏਦਾਂ ਬੇਬੇ ਜੀ ਦੇ ਹਿਰਦੇ ਦੀ ਪੀੜਾ ਦੂਰ ਹੋ ਗਈ। ਦੁਆਇਆ ਚੰਦ ਔਰ ਪਈ ਮਰਦਾਨਾ ਬੋਲਿਓ ਜਾਵੋ ਨਾਨਕ ਪਾਸੀ। ਬੇਬੇ ਨੇ ਪ੍ਰਸ਼ਾਦਾ ਤਿਆਰ ਕੀਤਾ। ਰਾਤ ਨੂੰ ਭਾਈ ਮਰਦਾਨਾ ਜੀ ਨੇ 2 ਦਿਨਾਂ ਦੀ ਭੁੱਖ ਨਿਵਾਰੀ। ਪ੍ਰਸ਼ਾਦਾ ਤੀਜੇ ਦਿਨ ਮਿਲਿਆ ਸੀ, ਛਕਿਆ, ਰਾਤ ਬੀਤ ਗਈ, ਅਗਲਾ ਦਿਨ ਚੜਿਆ। ਭਾਈ ਸਾਹਿਬ ਕਹਿੰਦੇ ਚੰਗਾ ਬੇਬੇ ਜੀ ਆਗਿਆ ਦਿਓ, ਬਾਹਰ ਸਤਿਗੁਰੂ ਗੁਰੂ ਨਾਨਕ ਸਾਹਿਬ ਹੋਣਗੇ ਬੈਠੇ ਤੇ ਮੈਂ ਉਹਨਾਂ ਕੋਲ ਚੱਲਿਆ ਹਾਂ। ਭੋਜਨ ਕਰ ਤਿਆਰ ਤੁਝ ਦੇਵੇਂ ਖਾਏ ਜਾਓ ਚੁੱਧ ਨਾਸੀ। ਬੇਬੇ ਜੀ ਕਹਿਣ ਲੱਗੇ ਵੀਰ ਮਰਦਾਨਾ ਜੀ ਏਦਾਂ ਕਰੋ ਵੀ ਮੈਂ ਪ੍ਰਸ਼ਾਦਾ ਤਿਆਰ ਕਰਨ ਲੱਗੀ ਆ, ਤੇ ਪ੍ਰਸ਼ਾਦੇ ਤੋਂ ਛਕ ਕੇ ਜਾਇਓ। ਹੁਣ ਮੁੜ ਕੇ ਫਿਰ ਕਿੱਥੇ ਆਓਗੇ, ਹੁਣ ਛਕ ਕੇ ਹੀ ਜਾਇਓ। ਮੈਂ 2 ਪ੍ਰਸ਼ਾਦੇ ਤਿਆਰ ਕਰ ਦਿੰਨੀ ਆ। ਮਾਨ ਬਚਨ ਮੁਖ ਅਚਿਓ ਆਹਾਰਾ। ਭਾਈ ਮਰਦਾਨਾ ਜੀ ਕਹਿਣ ਲੱਗੇ ਬੇਬੇ ਜੀ ਇਹ ਤਾਂ ਚਲੋ ਵਧੀਆ ਫੁਰਨਾ, ਪ੍ਰਸ਼ਾਦਾ ਤਾਂ ਜ਼ਰੂਰੀ ਹੈ ਇਸ ਵੇਲੇ। ਤੋ ਬੇਬੇ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ, ਭਾਈ ਮਰਦਾਨਾ ਜੀ ਛਕਣ ਲੱਗੇ। ਗਵਨਨ ਪਇਓ ਤਿਆਰੀ। ਪ੍ਰਸ਼ਾਦਾ ਛਕ ਕੇ ਫਿਰ ਜਾਣ ਦੀ ਤਿਆਰੀ ਕੀਤੀ। ਗਰ ਕੋ ਚੀਰ ਜੈ ਰਾਮ ਦਿਓ। ਭਾਈਆ ਜੈ ਰਾਮ ਜੀ ਨੇ ਆਪਣੇ ਬਸਤਰ ਜਿਹੜੇ ਭਾਈ ਸਾਹਿਬ ਭਾਈ ਜੈ ਰਾਮ ਜੀ ਆਪ ਪਾਉਂਦੇ ਸੀ ਨਾ, ਉਹ ਬੜੇ ਸੋਹਣੇ ਕੀਮਤੀ ਬਸਤਰ ਭਾਈ ਮਰਦਾਨੇ ਨੂੰ ਦਿੱਤੇ। ਕਹਿੰਦੇ ਲੈ ਮਰਦਾਨਿਆ ਇਹ ਬਸਤਰ ਤੂੰ ਪਾ ਲਿਆ ਕਰ, ਸੋਹਣੇ ਬਸਤਰ ਹੈ ਤੇ ਤੂੰ ਹੰਡਾ ਲੈ। ਉਹ ਸੋਹਣੇ ਕੱਪੜੇ ਸੋਹਣੇ ਬਸਤਰ ਭਾਈਏ ਜੈ ਰਾਮ ਨੇ ਦਿੱਤੇ। ਤਬ ਪੈਰਿਓ ਹਰਖਤ ਭਾਰੀ। ਭਾਈ ਮਰਦਾਨੇ ਨੇ ਉਸੇ ਵੇਲੇ ਨਵੀਂ ਪੋਸ਼ਾਕ ਸੀ ਬੜੀ ਸੋਹਣੀ। ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ ਲਿਆਓ ਭਾਈਆ ਜੀ ਹੁਣੇ ਪਾ ਲੈਣਾ। ਉਹ ਪੋਸ਼ਾਕ ਭਾਈ ਮਰਦਾਨਾ ਜੀ ਨੇ ਸਰੀਰ ਤੇ ਬੜੀ ਖੁਸ਼ੀ ਨਾਲ ਪਾਈ। 20 ਰਜਤ ਪਣ ਦੀਨੇ ਬਹੁਰੋ। ਫਿਰ ਭਾਈਏ ਜੈ ਰਾਮ ਨੇ 20 ਰੁਪਏ ਦਿੱਤੇ ਨਗਦ।
ਆਖਿਆ ਲੈ ਮਰਦਾਨਿਆ ਇਹ 20 ਰੁਪਏ ਨੇ, ਇਹ ਵੀ ਤੂੰ ਰੱਖ ਲੈ। ਭਨਤ ਨਾਨਕੀ ਬੈਨਾ ਬੇਬੇ ਨਾਨਕੀ ਜੀ ਕੋਲੋਂ ਕਹਿਣ ਲੱਗੇ, ਸਦਨ ਆਨ ਮੁਝ ਦਰਸ਼ਨ ਦੀਜੈ। ਕਹਿਣ ਲੱਗੇ ਵੀ ਗੁਰੂ ਸਾਹਿਬ ਨੂੰ ਬੇਨਤੀ ਕਰੀ ਕਿ ਭੈਣ ਨਾਨਕੀ ਕਹਿੰਦੀ ਹੈ ਵੀ ਮੈਨੂੰ ਘਰ ਆ ਕੇ ਦਰਸ਼ਨ ਦਿਓ। ਭਨੋ ਬਿਨੇ ਗੁਣ ਐਨਾ ਗੁਣਾਂ ਦੇ ਖਾਨ ਸਤਿਗੁਰਾਂ ਦੇ ਚਰਨਾਂ 'ਚ ਮੇਰੇ ਵੱਲੋਂ ਬੇਨਤੀ ਕਰਿਓ ਵੀ ਬਹੁਤ ਦਿਨ ਹੋ ਗਏ ਨੇ ਉਹਨਾਂ ਨੂੰ ਬਾਹਰ ਗਿਆ ਹੋਇਆ, ਉਹ ਘਰ ਆ ਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰਨ। ਅਧਿਕ ਲਾਲਸਾ ਹਿਰਦੇ ਲਖ ਕਰ ਮੇਰੇ ਮਨ ਦੀ ਲਾਲਸਾ ਜਾਣ ਕੇ ਉਹ ਆਪਣੇ ਮੇਰੇ ਮਨ ਦੀ ਭਾਵਨਾ ਜਾਣ ਕੇ ਜ਼ਰੂਰ ਆਉਣ। ਦਇਆ ਧਾਰ ਘਰ ਆਵੇਂ ਦਇਆ ਦੇ ਘਰ ਵਿੱਚ ਆ ਕੇ ਘਰ ਜ਼ਰੂਰ ਆਵਣ। ਜਾਓ ਅਬੇ ਮਰਦਾਨਾ ਤਿਨ ਟਿਗ ਭਾਈ ਮਰਦਾਨਿਆ ਤੂੰ ਸਤਿਗੁਰਾਂ ਦੇ ਕੋਲ ਜਾ, ਅਨੰਤ ਥਾਨ ਨੈ ਜਾਵੇਂ। ਆ ਛੇਤੀ ਜਾ, ਕਿਤੇ ਹੋਰ ਪਾਸੇ ਨਾ ਚਲੇ ਜਾਣ, ਕਿਉਂਕਿ ਤੂੰ ਕੱਲ ਰਾਤ ਦਾ ਆਇਆ ਹੋਇਆ ਤੇ ਛੇਤੀ ਜਾ ਹੁਣ ਉਹਨਾਂ ਦੇ ਕੋਲ ਵੀ, ਕਿਤੇ ਹੋਰ ਪਾਸੇ ਨਾ ਚਲੇ ਜਾਣ। ਕੰਦੇ ਧਰ ਰਬਾਬ ਕੋ ਗਮਨਿਓ ਭਾਈ ਮਰਦਾਨੇ ਨੇ ਰਬਾਬ ਮੋਢੇ ਤੇ ਧਰੀ, 20 ਰੁਪਏ ਮਿਲੇ ਸਨ, ਉਹ ਵੀ ਜੇਬ 'ਚ ਪਾਏ। ਨਵੀਂ ਨਵੀਂ ਪੋਸ਼ਾਕ ਮਿਲੀ ਸੀ ਭਾਈਏ ਜੈ ਰਾਮ ਕੋਲ, ਉਹ ਵੀ ਸਰੀਰ ਤੇ ਪਾਈ ਤੇ ਬੜੇ ਖੁਸ਼ੀ ਨਾਲ ਟਹਿਲਦੇ ਭਾਈ ਮਰਦਾਨਾ ਜੀ ਮੋਢੇ ਤੇ ਰਬਾਬ ਧਰੀ ਹੋਈ ਤੇ ਜਾ ਰਹੇ ਨੇ। ਸ਼੍ਰੀ ਗੁਰ ਟਿਗ ਤਬ ਆਇਓ ਜਗਤ ਗੁਰੂ ਪਾਤਸ਼ਾਹ ਦੇ ਕੋਲ ਆਏ। ਬੰਦਨ ਕਰ ਬੈਸਿਓ ਗੁਰ ਬੋਲੇ। ਸਤਿਗੁਰਾਂ ਨੂੰ ਮੱਥਾ ਟੇਕ ਕੇ ਭਾਈ ਮਰਦਾਨਾ ਜੀ ਕੋਲ ਬਹਿ ਗਏ ਤੇ ਵੇਖ ਕੇ ਨਾ ਮਰਦਾਨੇ ਵੱਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਕਿਉਂ ਰਬਾਬ ਪੁੰਨ ਲਿਆਇਓ। ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਕਿਹਾ ਸੀ ਰਬਾਬ ਬੇਬੇ ਦੇ ਘਰ ਰੱਖ, ਨਹੀਂ ਤੂੰ ਵਾਪਸ ਕਿਉਂ ਲੈ ਆਇਆ? ਤੂੰ ਰਬਾਬ ਮੁੜ ਕੇ ਫੇਰ ਲੈ ਆਇਆ। ਕਹੇ ਗਇਓ ਮੈਂ ਧਰਨ ਜਬੇ। ਭਾਈ ਮਰਦਾਨਾ ਜੀ ਅੱਗੋਂ ਕਹਿੰਦੇ ਮਹਾਰਾਜ ਜੀ ਵੀ ਮੈਂ ਤਾਂ ਰਬਾਬ ਘਰ ਰੱਖਣ ਹੀ ਗਿਆ ਸੀ, ਤੈਂ ਭਗਨੀ ਮਨ ਅਨੁਰਾਗਾ। ਪਰ ਉੱਥੇ ਬੇਬੇ ਦੇ ਮਨ 'ਚ ਪ੍ਰੇਮ ਇੰਨਾ ਵੇਖਿਆ ਵੀ ਉਹ ਤਾਂ ਨੇਤਰ ਭਰ ਕੇ ਰੋਣ ਲੱਗ ਪਏ, ਉਹ ਤਾਂ ਬਹੁਤ ਜ਼ਿਆਦਾ ਬੇਬਲ ਹੋ ਗਏ ਸਨ। ਮਨ ਜਾਵਨ ਕੀ ਬਾਤ ਸੁਣੀ ਜਦੋਂ ਉਹਨਾਂ ਨੇ ਸੁਣਿਆ ਵੀ ਮੈਂ ਚੱਲਿਆ ਤਲਵੰਡੀ ਜਾ ਰਿਹਾ, ਇਹ ਗੱਲ ਜਦੋਂ ਉਹਨਾਂ ਨੇ ਸੁਣੀ, ਤਿਨ ਕੀਨੋ ਵੱਡ ਬੈਰਾਗਾ। ਉਹ ਤਾਂ ਬਹੁਤ ਜ਼ਿਆਦਾ ਵਿਰਾਗ ਵਿੱਚ ਆ ਗਏ, ਉਹ ਤਾਂ ਬਹੁਤ ਜ਼ਿਆਦਾ ਵਿਰਾਗ ਕਰਨ ਲੱਗ ਪਏ। ਆਨ ਜੈ ਰਾਮ ਪਨੇ ਮੁਖ ਬਚਨਾ। ਇਹਨੇ ਨੂੰ ਭਾਈਆ ਜੀ ਆ ਗਏ ਤੇ ਉਹਨਾਂ ਨੇ ਫਿਰ ਮੇਰੇ ਨਾਲ ਗੱਲਬਾਤ ਕੀਤੀ। ਜਬ ਲੋ ਪੁਰ ਸੁਲਤਾਨਾ। ਉਹਨਾਂ ਮੈਨੂੰ ਆਖਿਆ ਕਿ ਮਰਦਾਨਿਆ ਜਦੋਂ ਤੱਕ ਤੂੰ ਇੱਥੇ ਸੁਲਤਾਨਪੁਰ ਸਾਹਿਬ 'ਚ ਰਹਿਣਾ ਹੈ, ਤਬ ਲੋ ਭੋਜਨ ਖਾਵੋ ਹਮ ਕਰ। ਉਹਨਾਂ ਕਿਹਾ ਵੀ 2 ਵੇਲੇ ਆ ਕੇ ਤੂੰ ਘਰੋਂ ਪ੍ਰਸ਼ਾਦਾ ਛਕ ਦਿਆ ਕਰ, ਏਦਾਂ ਮੈਨੂੰ ਉਹਨਾਂ ਨੇ ਆਖ ਕੇ ਰੱਖਿਆ। ਪੁੰਨ ਦੀ ਖਰਚੀ ਪਾਨਾ। ਤੇ ਫੇਰਾ 20 ਰੁਪਏ ਵੀ ਮੈਨੂੰ ਭਾਈਆ ਜੀ ਨੇ ਦਿੱਤੇ ਨੇ ਖਰਚ ਪਰਚ ਵਾਸਤੇ। 20 ਕਾਰਖਿਤ ਗਰ ਕੋ ਅੰਬਰ। 20 ਰੁਪਏ ਤੇ ਫਿਰ ਆ ਜਿਹੜੇ ਮੈਂ ਕੱਪੜੇ ਪਾਏ ਨੇ ਨਾ ਸਤਿਗੁਰੂ ਜੀ, ਇਹ ਵੀ ਭਾਈਆ ਜੀ ਨੇ ਦਿੱਤੇ ਐ ਤੇ ਮੈਂ ਇਹ ਪਾ ਕੇ ਤੇ 20 ਰੁਪਏ ਵੀ ਖਰਚੇ ਪਰਚੇ ਲਈ ਲੈ ਆਇਆ। ਦੇ ਕਰ ਮੁਝੇ ਪਠਾਇਆ। ਮੈਨੂੰ ਇਹ ਸਭ ਕੁਝ ਦੇ ਕੇ ਤੁਹਾਡੇ ਕੋਲ ਭੇਜਿਆ ਹੈ। ਪੁਨ ਪਗਨੀ ਪਨ ਆਨ ਸਦਨ ਮੁਝੇ। ਫਿਰ ਬੇਬੇ ਜੀ ਨੇ ਵੀ ਬੇਨਤੀ ਕੀਤੀ ਹੈ ਵੀ ਸਤਿਗੁਰਾਂ ਨੂੰ ਕਹਿਓ ਵੀ ਉਹ ਆ ਕੇ ਘਰ ਮੈਨੂੰ ਦਰਸ਼ਨ ਦੇਣ। ਉਹਨਾਂ ਨੇ ਬੇਨਤੀਨਾਮਾ ਭੇਜਿਆ ਤੁਹਾਡੇ ਚਰਨਾਂ ਵਿੱਚ ਕਿ ਤੁਸੀਂ ਚੱਲ ਕੇ ਉਹਨਾਂ ਨੂੰ ਦਰਸ਼ਨ ਦਿਦਾਰੇ ਬਖਸ਼ੋ। ਦਿਓ ਦਰਸ਼ਨ ਕਰ ਦਾਇਆ। ਔਰ ਦਇਆ ਦੇ ਘਰ ਵਿੱਚ ਆ ਕੇ ਚੱਲ ਕੇ ਦਰਸ਼ਨ ਬਖਸ਼ੋ। ਕਿਆ ਕੀਨੋ ਤੈ ਇਹ ਕੁਕਾਮਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਉਹ ਮਰਦਾਨਿਆ ਆ ਖੋਟਾ ਕੰਮ ਕਿਉਂ ਕਰਕੇ ਆਇਆ ਤੈਂ? ਕੁਕਾਮਾ ਦਾ ਮਤਲਬ ਹੈ ਖੋਟਾ ਕੰਮ, ਆ ਮਾੜਾ ਕੰਮ ਕਰਕੇ ਆਇਆ ਤੂੰ, ਕਿਉਂ ਕੀਤਾ ਇਹ ਕੰਮ? ਅੰਤੇ ਡੂਮ ਸੁਭਾਏ। ਉਹੀ ਕੰਮ ਕੀਤਾ ਨਾ ਜੋ ਮਰਾਸ਼ੀਆਂ ਦਾ ਸੁਭਾਅ ਹੁੰਦਾ, ਮੰਗਣ ਵਾਲਾ ਲਾਲਚੀ, ਤੂੰ ਉਹੀ ਬਿਰਤੀ ਰੱਖੀ ਆ ਆਪਣੀ। ਆਗੇ ਤਿੰਨ ਪਾਲਨ ਸਿਰੀ ਚੰਦਾ। ਦੇਖੋ ਮੇਰੇ ਸਾਹਿਬ ਸੰਸਾਰ ਦੀ ਮਰਿਆਦਾ ਵੀ ਬੜੀ ਸੋਹਣੀ ਪਾਲਦੇ ਆ। ਕਹਿੰਦੇ ਮਰਦਾਨਿਆਂ ਤੈਨੂੰ ਪਤਾ ਨਹੀਂ ਵੀ ਬੇਬੇ ਜੀ ਦੇ ਉੱਤੇ ਤਾਂ ਅਸੀਂ ਪਹਿਲਾਂ ਹੀ ਭਾਰ ਪਾਇਆ ਹੋਇਆ ਵੀ ਬਾਬਾ ਸ਼੍ਰੀ ਚੰਦ ਜੀ ਦੀ ਪਾਲਣਾ ਉਹ ਕਰ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਪਾਤਸ਼ਾਹ ਇਹ ਦੁਨਿਆਵੀ ਖੇਡ ਵੀ ਮੇਰੇ ਸਾਹਿਬ ਜੀ ਨਾਲ ਮਾਨਵੀ ਲੀਲਾ ਵੀ ਕਰ ਰਹੇ ਆ। ਕਹਿੰਦੇ ਮਰਦਾਨਿਆ ਤੂੰ ਹੋਰ ਭਾਰ ਪਾਇਆ 20 ਰੁਪਏ ਲੈ ਆਇਆ, ਤੂੰ ਇਹ ਬੜਾ ਮਾੜਾ ਕੰਮ ਕੀਤਾ, ਤੈਨੂੰ ਪਤਾ ਨਹੀਂ ਅਸੀਂ ਬਾਬਾ ਸ਼੍ਰੀ ਚੰਦ ਜੀ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਪਹਿਲਾਂ ਹੀ ਬੇਬੇ ਜੀ ਨੂੰ ਦਿੱਤੀ ਹੋਈ ਹੈ, ਪਹਿਲਾਂ ਹੀ ਉਹਨਾਂ ਦੇ ਉੱਤੇ ਅਸੀਂ ਇਹ ਭਾਰ ਪਾਇਆ ਹੋਇਆ ਹੈ। ਪੁਨ ਜਾਚੇ ਤੁਮ ਜਾਏ, ਫਿਰ ਤੂੰ ਜਾ ਕੇ 20 ਰੁਪਏ ਮੰਗ ਕੇ ਲੈ ਆਇਆ। ਭਲੋ ਕਾਜ ਕੀਨੋ ਏ ਨਾਹੀ, ਤੂੰ ਇਹ ਕੰਮ ਚੰਗਾ ਨਹੀਂ ਕੀਤਾ, ਭਲਾ ਨਹੀਂ ਕੀਤਾ ਮਰਦਾਨਿਆ। ਲਾਲਚ ਕਰ ਧਨ ਆਨਾ, ਤੂੰ ਲਾਲਚ ਵਸ ਹੋ ਕੇ 20 ਰੁਪਏ ਲੈ ਆਇਆ। ਜਾਓ ਸਪਦ ਮੁਰ ਮੋਰ ਸੁਦੀਜੈ, ਜਾ ਛੇਤੀ ਮੁੜ ਕੇ ਜਾ ਵਾਪਸ। 20 ਰੁਪਏ ਸਤਿਗੁਰੂ ਜੀ ਕਹਿੰਦੇ ਵਾਪਸ ਕਰ ਦੇ ਬੇਬੇ ਨੂੰ। ਨੈ ਰਾਖੋ ਨਿਜ ਪਾਨਾ, ਇਹ ਪੈਸੇ ਤੂੰ ਆਪਣੇ ਕੋਲ ਨਹੀਂ ਰੱਖਣੇ। ਸੁਨ ਨਾਨਕ ਜੀ ਕੂਰ ਨ ਕਹਿਓ। ਅੱਗੋਂ ਸੁਣ ਕੇ ਭਾਈ ਸਾਹਿਬ ਨੇ ਹੱਥ ਜੋੜੇ, ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਨੈ ਜਾਚੇ ਮੈਂ ਜਾਏ। ਮੈਂ ਨਹੀਂ ਮੰਗੇ ਪੈਸੇ ਮਹਾਰਾਜ ਜੀ, ਮੈਂ ਮੰਗੇ ਨਹੀਂ ਉਹਨਾਂ ਕੋਲੋਂ ਪੈਸੇ, ਮੈਂ ਸੱਚ ਕਹਿਣਾ। ਦਏ ਆਪ ਤਿਨ ਹਿਤ ਕਰ ਹਿਰਦੈ, ਉਹਨਾਂ ਨੇ ਆਪ ਹਿੱਤ ਨਾਲ ਮੈਨੂੰ ਇਹ 20 ਰੁਪਏ ਦਿੱਤੇ ਨੇ। ਤਬ ਲੈ ਕਰ ਹੋ ਆਏ, ਆ ਮੈਂ ਲੈ ਕੇ ਆਇਆ, ਮੈਂ ਨਹੀਂ ਮੰਗੇ ਆਪਣੇ ਮੂੰਹੋਂ। ਅਬ ਜੇ ਬਿਦ ਤੁਮ ਬਦਨ ਬਦੋਗੇ, ਹੁਣ ਜਿਵੇਂ ਤੁਸੀਂ ਆਪਣੇ ਮੂੰਹੋਂ ਕਹੋਗੇ ਤਸ ਬਿਦ ਮੈਂ ਅਨੁਸਾਰਾ, ਮੈਂ ਉਸੇ ਤਰ੍ਹਾਂ ਤੁਹਾਡੇ ਅਨੁਸਾਰੀ ਹੋ ਕੇ ਚੱਲਾਂਗਾ ਸਤਿਗੁਰੂ ਜੀ। ਜਿਉ ਤੁਮ ਸੰਗ ਹੋਏ ਨਿਰਭੈਵਾ, ਜਿਵੇਂ ਤੁਹਾਡੇ ਨਾਲ ਮੇਰਾ ਨਿਰਭਾ ਹੋਵੇਗਾ ਤੈਸੇ ਕਰੋ ਵਿਚਾਰਾ। ਮਹਾਰਾਜ ਮੈਂ ਉਸੇ ਤਰ੍ਹਾਂ ਹੀ ਵਿਚਾਰ ਕਰਾਂਗਾ। ਕਹਿ ਸ਼੍ਰੀ ਗੁਰ ਨਰ ਆਸ ਨ ਰੱਖੀਏ। ਪਾਤਸ਼ਾਹ ਫਿਰ ਬੋਲੇ, ਕਹਿੰਦੇ ਹਾਂ ਮਰਦਾਨਿਆ ਬੰਦਿਆਂ ਦੀ ਆਸ ਨਾ ਰੱਖੀ, ਬੰਦੇ ਦੀ ਨਰਾਂ ਦੀ ਕਦੇ ਆਸ ਨਹੀਂ ਕਰਨੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਭਗਵਾਨ। ਬੰਦੇ ਦੀ ਆਸ ਨਹੀਂ ਕਰਨੀ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਮੇਰੇ ਸਾਹਿਬ ਕਹਿੰਦੇ ਆ ਬੰਦੇ ਦਾ ਸੁਭਾਅ ਆ ਪਰਮੇਸ਼ਰ ਨੂੰ ਛੱਡ ਕੇ ਬੰਦਿਆਂ ਦੀ ਆਸ ਕਰਦਾ, ਉਹਨੂੰ ਖੁਆਰ ਹੋਣਾ ਪੈਂਦਾ। ਪਾਤਸ਼ਾਹ ਕਹਿੰਦੇ ਮਰਦਾਨਿਆ ਇੱਕ ਗੱਲ ਸੁਣ ਲੈ ਤੇ ਪੱਲੇ ਬੰਨ ਲੈ। ਇਹ ਗੱਲ ਕੱਲੀ ਭਾਈ ਮਰਦਾਨੇ ਨੂੰ ਨਹੀਂ ਕਹੀ, ਬਹਾਨਾ ਆ ਭਾਈ ਮਰਦਾਨਾ ਜੀ, ਪਰ ਮੇਰੇ ਪਾਤਸ਼ਾਹ ਇਹ ਬਚਨ ਸਾਨੂੰ ਸਾਰਿਆਂ ਨੂੰ ਕਹਿ ਰਹੇ ਆ ਕਿ ਹੇ ਭਾਈ ਬੰਦੇ ਦੀ ਆਸ ਨਹੀਂ ਰੱਖਣੀ, ਮਨੁੱਖ ਦੀ ਆਸ ਨਹੀਂ ਕਰਨੀ। ਬਹੁ ਵਿਕਾਰੇ ਸਮਾਹੀ, ਕਿਉਂਕਿ ਇਹਦੇ ਚ ਬੜੇ ਵਿਕਾਰ ਨੇ ਜੇ ਬੰਦੇ ਦੀ ਆਸ ਕਰੋਗੇ। ਤ੍ਰਿਸ਼ਨਾ ਅਧਿਕ ਹੋਏ ਨੈ ਤ੍ਰਿਪਤੈ, ਤ੍ਰਿਸ਼ਨਾ ਹੋਰ ਵਧੀ ਜਾਏਗੀ, ਰੱਜਣਾ ਹੀ ਨਹੀਂ। ਤ੍ਰਿਸ਼ਨਾ ਕਦੇ ਬੁਝਦੀ ਥੋੜੀ ਹੈ। ਬੰਦੇ ਤੇ ਆਸ ਕਰੋਗੇ, ਅੱਜ 20 ਰੁਪਏ ਦੀ ਕਰੋਗੇ, ਕੱਲ ਨੂੰ ਕਹੋਗੇ ਬੇਬੇ ਮੈਨੂੰ 50 ਰੁਪਏ ਦੇ, ਇਹ ਤਾਂ ਵੱਧਦੀ ਚਲੀ ਜਾਣੀ ਹੈ। ਬੌਰ ਬੌਰ ਪਰਮਾਈ, ਇਹ ਤ੍ਰਿਸ਼ਨਾ ਮੁੜ ਮੁੜ ਕੇ ਜੀਵ ਨੂੰ ਭਰਮਾਉਂਦੀ ਹੈ। ਏਕ ਜਾਚ ਦੂਜੇ ਟਿਗ ਜਾਵੇ, ਪਹਿਲਾਂ ਇੱਕ ਬੰਦੇ ਕੋਲੋਂ ਮੰਗੋਗੇ, ਉਹਦੇ ਕੋਲੋਂ ਪੂਰੀ ਨਾ ਪਈ, ਫਿਰ ਦੂਜੇ ਕੋਲ ਜਾਓਗੇ, ਦੂਜੇ ਕੋਲ ਪੂਰੀ ਨਾ ਪਈ, ਫਿਰ ਤੀਜੇ ਦੇ ਦਰਾਂ ਮੂਹਰੇ ਖਲੋਵੋਗੇ। ਇਹ ਤਾਂ ਬੁਝਣੀ ਨਹੀਂ ਤ੍ਰਿਸ਼ਨਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਰੱਬ ਤੇ ਆਸ ਰੱਖੀਏ, ਜਿਸ ਕੈ ਦੀਆ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਜਿਹਦੇ ਦਿੱਤਿਆਂ ਬੰਦਾ ਰੱਜ ਜਾਂਦਾ ਤੇ ਮੁੜ ਕੇ ਨੂੰ ਤ੍ਰਿਸ਼ਨਾ ਨਹੀਂ ਵਿਆਪਦੀ। ਉਹਦੇ ਕੋਲੋਂ ਮੰਗੀਏ ਨਾ। ਜੇ ਬੰਦਿਆਂ ਕੋਲੋਂ ਮੰਗੋਗੇ, ਇੱਕ ਕੋਲੋਂ ਮੰਗ ਕੇ ਫਿਰ ਦੂਜੇ ਕੋਲ ਜਾਓਗੇ, ਦੂਜੇ ਕੋਲੋਂ ਪੂਰੀ ਨਾ ਪਈ ਫਿਰ ਤੀਜੇ ਕੋਲ ਜਾਓਗੇ। ਪੁਨ ਤੀਸਰ ਪੈ ਦੀਨਾ, ਤੀਸਰੇ ਕੋਲ, ਚੌਥੇ ਕੋਲ, ਏਦਾਂ ਤਾਂ ਫਿਰ ਭਟਕਦੇ ਹੀ ਰਹੋਗੇ, ਭਰਮਦੇ ਹੀ ਰਹੋਗੇ। ਚਤਰਥ ਤੇ ਜਾਚੇ ਹੋਏ ਆਤੁਰ, ਫਿਰ ਦੁਖੀ ਹੋ ਕੇ ਚੌਥੇ ਤੇ ਪੰਜਵੇਂ ਕੋਲੋਂ ਵੀ ਜਾ ਮੰਗੋਗੇ। ਤ੍ਰਿਸ਼ਨਾ ਕੀਨ ਅਧੀਨਾ, ਏਦਾਂ ਤ੍ਰਿਸ਼ਨਾ ਦੇ ਅਧੀਨ ਹੋ ਕੇ ਭਟਕੋਗੇ, ਭਰਮੋਗੇ। ਏਕ ਆਸ ਰਾਖੋ ਅਬਿਨਾਸ਼ੀ, ਇੱਕ ਅਬਿਨਾਸ਼ੀ ਪੁਰਖ ਪਰਮੇਸ਼ਰ ਦੀ ਆਸ ਰੱਖੋ ਆਪਣੇ ਮਨ 'ਚ। ਇੱਕ ਆਸ ਰੱਖਣੀ ਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ। ਮਾਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਨਾ, ਜਦੋਂ ਸਮਾਪਤੀ ਦੇ ਨੇੜੇ ਪਹੁੰਚੇ ਤੇ ਉੱਥੇ ਜਾ ਕੇ ਕਹਿੰਦੇ ਆ, ਅਭਿਆਨ ਕੀ ਆਸ ਨਿਰਾਸ ਭਈ, ਅਭਿਆਨ ਕੀ ਆਸ
ਨਿਰਾਸ ਭਈ ਕਲਗੀਧਰ ਬਸ ਕੀਓ ਮਨ ਮਾਹੀ। ਹੁਣ ਹੋਰ ਕੋਈ ਆਸ ਨਹੀਂ। ਮਹਾਰਾਜ ਜੀ ਕਹਿੰਦੇ ਇੱਕ ਦੀ ਆਸ ਰੱਖਣੀ ਹੈ, ਹੋਰ ਆਸ ਵਿਡਾਣੀ ਲਾਹੀ, ਬਗਾਨੀ ਆਸ ਆਪਣੇ ਹਿਰਦੇ 'ਚ ਨਹੀਂ ਰੱਖਣੀ। ਤ੍ਰਿਸ਼ਨਾ ਨਾਸੇ ਆਨਾ, ਕਹਿੰਦੇ ਜਦੋਂ ਇੱਕ ਦੀ ਆਸ ਰੱਖੋਗੇ ਤੇ ਫਿਰ ਤ੍ਰਿਸ਼ਨਾ ਨਿਰਵਿਰਤ ਹੋ ਜਾਏਗੀ, ਇਹ ਤ੍ਰਿਸ਼ਨਾ ਖਤਮ ਹੋ ਜਾਏਗੀ। ਜੈ ਜੈ ਹੋਏ ਪੁਚਾਵੇ ਤਹ ਤਹ। ਮਹਾਰਾਜ ਜੀ ਕਹਿੰਦੇ ਜਿੱਥੇ ਜਿੱਥੇ ਹੋਵੇ ਉੱਥੇ ਉੱਥੇ ਹੀ ਪਹੁੰਚਾਉਂਦਾ ਹੈ। ਕੀਟ ਮਦ ਪਾਖਾਨਾ, ਪਰਮੇਸ਼ਰ ਤਾਂ ਕੀੜਿਆਂ ਨੂੰ, ਜਿੱਥੇ ਪੱਥਰਾਂ ਦੇ ਵਿੱਚ ਵੀ ਕੀੜੇ ਆ ਨਾ, ਉਹਨਾਂ ਦੀ ਰੋਜੀ ਰੋਟੀ ਉੱਥੇ ਵੀ ਉਹਨਾਂ ਨੂੰ ਦੇ ਕੇ ਪਾਲਦਾ। ਫਿਕਰ ਕਿਸ ਗੱਲ ਦਾ ਮਰਦਾਨਿਆ? ਪਰਮੇਸ਼ਰ ਤਾਂ ਜਿੱਥੇ ਜਿੱਥੇ ਉਹਨੇ ਜੀ ਪੈਦਾ ਕੀਤੇ ਐ ਉੱਥੇ ਉੱਥੇ ਉਹਨਾਂ ਕੋਲ ਰੋਜੀ ਪਹੁੰਚਾਉਂਦਾ ਹੈ। ਉਦਰ ਵਿਖੇ ਪ੍ਰਤ ਪਾਲੈ ਜੋ, ਉਹ ਤਾਂ ਪੱਥਰਾਂ 'ਚ ਕੀੜੇ ਪੈਦਾ ਕਰਕੇ ਉਹਨਾਂ ਨੂੰ ਪਾਲਦਾ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਉਦਰ ਦੇ ਵਿੱਚ ਜੀਵ ਦੀ ਪਾਲਣਾ ਕਰਦਾ ਹੈ। ਜਨਮਤ ਦੇ ਆਹਾਰਾ, ਜਦੋਂ ਜੰਮਦਾ ਤੇ ਜੰਮਦੇ ਨੂੰ ਵੀ ਪਰਮੇਸ਼ਰ ਭੋਜਨ ਦਿੰਦਾ ਹੈ, ਜੰਮਦੇ ਨੂੰ ਵੀ ਆਹਾਰ ਦਿੰਦਾ ਹੈ। ਪੂਰਬ ਅਸਥਨ ਮੈਂ ਕੁਛ ਨਾਹੀ, ਕਹਿੰਦੇ ਇਹਦੇ ਜਨਮ ਤੋਂ ਪਹਿਲਾਂ ਮਾਤਾ ਦੇ ਅਸਥਨਾਂ ਦੇ ਵਿੱਚ ਕੁਝ ਨਹੀਂ ਹੁੰਦਾ। ਪੁਨ ਪੈ ਪਸਮਤ ਧਾਰਾ, ਇਹਦਾ ਜਨਮ ਹੋਣਾ ਹੁੰਦਾ, ਕੁਝ ਦਿਨ ਪਹਿਲਾਂ ਪਰਮੇਸ਼ਰ ਅਸਥਨਾਂ ਦੇ ਵਿੱਚ ਦੁੱਧ ਪਾ ਦਿੰਦਾ ਹੈ, ਇਹਦਾ ਭੋਜਨ ਪਹਿਲਾਂ ਬਣਾ ਦਿੰਦਾ ਅਕਾਲ ਪੁਰਖ। ਇਹਦਾ ਜਨਮ ਬਾਅਦ ਵਿੱਚ ਹੁੰਦਾ ਹੈ। ਐਸਾ ਉਹ ਦਿਆਲੂ ਹੈ। ਇਹ ਬਿਦ ਲਖ ਕਰ ਅਸਥਿਰ ਉਰ ਕਰ, ਇਹ ਆਪਣੇ ਹਿਰਦੇ 'ਚ ਜਾਣ ਕੇ ਮਰਦਾਨਿਆਂ ਹਿਰਦੇ ਨੂੰ ਅਸਥਿਰ ਕਰਕੇ ਰੱਖੋ। ਤਰ ਸੰਤੋਖ ਸਦਾਈ, ਔਰ ਸਦਾ ਸੰਤੋਖ ਰੱਖਣਾ, ਸੰਤੋਖ ਨੂੰ ਧਾਰਨ ਕਰਨਾ ਹੈ। ਜਲ ਥਲ ਗਿਰ ਨਭ ਤਾਂਬਰ ਤਰ ਐ, ਪਰਮੇਸ਼ਰ ਜਲ ਵਿੱਚ, ਥਲ ਧਰਤੀ ਵਿੱਚ, ਆਕਾਸ਼ ਵਿੱਚ, ਜਿਹੜੀਆਂ ਤਾਂਬੇ ਦੀਆਂ ਧਰਤੀਆਂ ਨੇ ਉੱਥੇ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਪਾਲ ਰਿਹਾ ਹੈ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਭਾਰ ਗਨੀ ਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਦ ਸਰਬ ਸਮੈ ਸਭ ਕੋ ਪ੍ਰਤਪਾਰੈ। पोखत है जल में थल में पल के कल के नहीं कर्म विचारै। दीन दयाल दयानिध दोखन देखत है पर देत नहारै। ਉਹ ਸਰਬ ਥਾਵਾਂ ਤੇ ਜੀਵਾਂ ਨੂੰ ਪੈਦਾ ਕਰਕੇ ਸਭ ਦੀ ਪਾਲਣਾ ਕਰਦਾ ਹੈ। ਜੈ ਲਗ ਚਰ ਅਚਰਾਈ, ਜਿੱਥੇ ਤੱਕ ਚਰ ਅਚਰ ਜੜ ਚੇਤਨ ਜੀਵ ਨੇ ਸਭ ਨੂੰ ਪਾਲਦਾ। ਤਾਂਬੇ ਦੀ ਧਰਤੀ ਆ, ਉੱਥੇ ਸੱਪ ਰਹਿੰਦੇ ਆ। ਪਰਮੇਸ਼ਰ ਹੁਣ ਉਹ ਤਾਂਬੇ ਦੀ ਧਰਤੀ ਤੇ ਰਹਿਣ ਵਾਲੇ ਸੱਪ ਮਿੱਟੀ ਖਾ ਕੇ ਜੀਵਦੇ ਆ। ਉੱਥੇ ਹੁਣ ਮਿੱਟੀ ਕਿੱਥੋਂ ਮਿਲੇ? ਵਾਹਿਗੁਰੂ ਉਹਨਾਂ ਵਾਸਤੇ ਵੀ ਪ੍ਰਬੰਧ ਕਰਕੇ ਉਹਨਾਂ ਜੀਵਾਂ ਦੀ ਪਾਲਣਾ ਕਰਦਾ ਹੈ। ਪਾਣੀ ਵਿੱਚ ਜਿੱਥੇ ਕੋਈ ਖੇਤੀ ਨਹੀਂ ਹੁੰਦੀ, ਜਿੱਥੇ ਕਿਸੇ ਪ੍ਰਕਾਰ ਦੀ ਕੋਈ ਦੁਕਾਨ ਨਹੀਂ ਚੱਲਦੀ, ਜਿੱਥੇ ਕੋਈ ਵਪਾਰ ਨਹੀਂ ਹੁੰਦਾ, ਉਸ ਜਲ ਦੇ ਵਿੱਚ 42 ਲੱਖ ਜੂਨੀਆਂ ਪਰਮੇਸ਼ਰ ਨੇ ਪੈਦਾ ਕੀਤੀਆਂ ਤੇ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਉੱਥੇ ਜਲ ਵਿੱਚ ਹੀ ਕੀਤਾ ਹੋਇਆ। ਸਤਿ ਸ੍ਰੀ ਅਕਾਲ। ਤੁਮ ਦਾਤੇ ਠਾकुर ਪ੍ਰਤਪਾਲਕ, नायक खसम हमारे, निमख निमख तुम ही प्रतिपाल हो, हम बारक तुमरे तारे। वाहिगुरु निरंकार पार ब्रह्म परमेश्वर समस्त जीवां दी पालना करन वाला है। सर्व थावां ते रहन वाले जीव जनता नूं जड़ ते चेतन, चर अचार जड़ चेतन सब नूं पालने वाला है। प्रोच पालना करत विसाला, सब दी पालना। प्रतपालक शब्द जेड़ा ना, प्रतपालक प्रति एक नूं पालन वाला, हर एक जीव दी पालना करन वाला। सिर सिर रिजक संभाहे ठाकुर, काहे मान भाओ करया। ऊडे ऊड़ा वैसा कोसा, तिस पाछै बचरे छरिया। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਉਹਨਾਂ ਨੂੰ ਵੀ ਪਾਲਦਾ ਹੈ। ਕੋਈ ਨਾ ਬਿਨਾ ਆਹਾਰਾ, ਕੋਈ ਬਿਨਾ ਆਹਾਰ ਤੋਂ ਨਹੀਂ ਰਹਿੰਦਾ। ਉਹ ਵਾਹਿਗੁਰੂ ਸਭ ਦੀ ਪਾਲਣਾ ਕਰਦਾ ਹੈ।
ਹਰ ਇੱਕ ਜੀਵ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਪਾਰ ਬ੍ਰਹਮ ਵਿਧਾਤਾ ਹੈ। ਉਹਦੇ ਤੋਂ ਸਖਣਾ ਕੋਈ ਨਹੀਂ। ਕੋਈ ਭੋਜਨ ਤੋਂ ਬਿਨਾਂ ਨਹੀਂ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਰਹਿਣ ਦਿੰਦਾ, ਸਭ ਨੂੰ ਅੰਨ ਦੇ ਕੇ ਪਾਲਦਾ ਹੈ। ਅਸ ਉਦਾਰ ਕੋ ਤਜ ਕਰ ਪਰਮਤ। ਕੋਈ ਜੀਵ ਜੰਤ ਸਭ ਨੂੰ ਪਾਲਦੇ ਵਾਲਾ ਹੈ। ਐਸੇ ਉਦਾਰ ਸਾਹਿਬ ਨੂੰ ਜਿਹੜਾ ਸਭ ਨੂੰ ਪਾਲਦਾ ਮਰਦਾਨਿਆਂ, ਉਹਨੂੰ ਛੱਡ ਕੇ ਬੰਦਾ ਬੰਦੇ ਦਾ ਬੰਦਾ ਹੋਇਆ ਫਿਰਦਾ। ਮਨਮੁਖ ਹੋਏ ਬੰਦੇ ਦਾ ਬੰਦਾ, ਇਹ ਬੰਦੇ ਦਾ ਬੰਦਾ ਹੋਇਆ ਫਿਰਦਾ ਮਨਮੁਖ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਉਹ ਕਹਿੰਦੇ ਮਾਨਸ ਜਨਮ ਇਹ ਮਨੁੱਖਾ ਜਨਮ, ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। ਮਨਮੁਖ ਬੰਦੇ ਦੀ ਦੇਹ ਨਾਲੋਂ ਪਸ਼ੂ ਚੰਗੇ ਨੇ, ਪ੍ਰੇਤ ਚੰਗੇ ਨੇ, ਪੰਛੀ ਚੰਗੇ ਨੇ। ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। ਅਚੇਤ ਜਿਹੜੇ ਜੜ ਜੀਵ ਨੇ ਉਹ ਵੀ ਚੰਗੇ। ਪੁੱਛਿਆ ਭਾਈ ਗੁਰਦਾਸ ਜੀ ਵੀ ਮਨਮੁਖ ਬੰਦੇ ਨਾਲੋਂ ਪਸ਼ੂ ਪੰਛੀ ਕਿਉਂ ਚੰਗੇ ਆ? ਉਹ ਕਹਿੰਦੇ ਇਸ ਕਰਕੇ ਚੰਗੇ ਹੈ ਵੀ ਪਸ਼ੂ ਨਾ ਮੰਗਾ ਪਸ਼ੂ ਤੇ ਪੰਖੇ ਰੂ ਘੇਰੇ। ਸਿੱਖ ਪੰਥ ਦੇ ਮਹਾਨ ਵੇਦ ਵਿਆਸ ਜੀ ਕਹਿੰਦੇ ਭਾਈ ਗੁਰਦਾਸ ਜੀ, ਵੇਦ ਵਿਆਸ ਅੱਜ ਕੱਲ੍ਹ ਸਾਡੇ 'ਚ ਇੱਕ ਇਹੋ ਜਿਹੀ ਬਿਰਤੀ ਆ ਗਈ ਹੈ ਵੀ ਬਿਨਾਂ ਸਮਝਿਆਂ ਕੁਝ ਸ਼ਬਦਾਂ ਨੂੰ ਅਸੀਂ ਆਪਣੇ ਮੁਤਾਬਕ ਢਾਲ ਲੈਨੇ। ਵੇਦ ਵਿਆਸ ਕਹਿਣ ਨਾਲ ਲੋਕਾਂ ਨੇ ਕਈਆਂ ਕਹਿਣਾ ਤਾਂ ਹਿੰਦੂਆਂ ਦਾ ਸੀ ਵੇਦ ਵਿਆਸ ਜੀ। ਵੇਦ ਵਿਆਸ ਕਿਸੇ ਵਿਅਕਤੀ ਦਾ ਨਾਮ ਹੋਵੇਗਾ, ਪਰ ਵੇਦ ਵਿਆਸ ਦਾ ਮਤਲਬ ਹੈ ਵੇਦ ਨਾਮ ਗਿਆਨ ਦਾ, ਵਿਆਸ ਨਾਮ ਵਿਸਥਾਰ ਦਾ ਹੈ। ਜਿਹੜਾ ਗਿਆਨ ਦਾ ਵਿਸਥਾਰ ਕਰੇ ਉਹਨੂੰ ਵੇਦ ਵਿਆਸ ਕਹਿੰਦੇ ਆ। ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਗਿਆਨ ਦਾ ਵਿਸਥਾਰ ਕੀਤਾ ਭਾਈ ਗੁਰਦਾਸ ਨੇ, ਇਸ ਕਰਕੇ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦਾ ਵੇਦ ਵਿਆਸ ਕਹਿੰਦੇ ਆਪਾਂ। ਜਦੋਂ ਉਹਨਾਂ ਨੂੰ ਕਿਹਾ ਨਾ ਵੀ ਮਨਮੁਖ ਨਾਲੋਂ ਪਸ਼ੂ ਪ੍ਰੇਤ ਚੰਗੇ, ਆਖਿਆ ਜੀ ਕਿਉਂ ਚੰਗੇ ਆ ਭਲਾ? ਉਹ ਕਹਿੰਦੇ ਪਸ਼ੂ ਨਾ ਮੰਗਾ ਪਸ਼ੂ ਤੇ, ਕਹਿੰਦੇ ਕਦੇ ਕਿਸੇ ਜਾਨਵਰ ਨੂੰ ਦੂਜੇ ਜਾਨਵਰ ਕੋਲੋਂ ਮੰਗਦਿਆਂ ਨਹੀਂ ਵੇਖਿਆ, ਜੀ ਜੜੀਆਂ ਕੱਢ ਕੇ ਦੇ ਦੇ। ਵੇਖਿਆ ਕਦੇ ਕਿਸੇ ਪਸ਼ੂ ਨੂੰ ਪਸ਼ੂ ਤੋਂ ਮੰਗਦਿਆਂ? ਪੰਖੇ ਰੂ ਘੇਰੇ, ਕਦੇ ਕਿਸੇ ਪੰਛੀ ਨੂੰ ਦੂਜੇ ਪੰਛੀ ਕੋਲੋਂ ਮੰਗਦਿਆਂ ਨਹੀਂ ਵੇਖਿਆ। ਕਹਿੰਦੇ ਇੱਕ ਮਨਮੁਖ ਬੰਦਾ ਜਿਹੜਾ ਬੰਦੇ ਅੱਗੇ ਹੱਥ ਤੱਡ ਕੇ ਮੰਗਦਾ ਵੇਖਿਆ। ਮਨਮੁਖ ਬੰਦਾ ਹੈ ਜਿਹੜਾ ਬੰਦਿਆਂ ਅੱਗੇ ਹੱਥ ਤੱਡ ਕੇ ਮੰਗਦਾ ਫਿਰਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਸ ਰੱਖਣੀ ਹੈ ਮਰਦਾਨਿਆ, ਨਿਰੰਕਾਰ ਦੀ ਆਸ ਰੱਖਣੀ ਹੈ, ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣੇ ਵਾਲਾ ਹੈ। ਤ੍ਰਿਸ਼ਨਾ ਦੁਖ ਪਰਵਾਰਾ। ਇਹ ਤ੍ਰਿਸ਼ਨਾ ਦੁੱਖ ਦਾ ਪਰਿਵਾਰ ਹੈ। ਜਦੋਂ ਤ੍ਰਿਸ਼ਨਾ ਆਉਂਦੀ ਹੈ ਨਾ ਤੇ ਇਹਦੇ ਨਾਲ ਇਹਦੇ ਸਾਰੇ ਸਾਥੀ ਆ ਕੇ ਜੀਵ ਨੂੰ ਘੇਰ ਲੈਂਦੇ ਹਨ। ਸੁਦਾਸਨੇ ਜਨ ਬੈਨ ਸ਼੍ਰੋਨ ਸੁਨ। ਮਹਾਰਾਜ ਜੀ ਦੇ ਅੰਮ੍ਰਿਤ ਸਰੀਖੇ ਅੰਮ੍ਰਿਤ ਬਚਨ ਜਦੋਂ ਭਾਈ ਮਰਦਾਨਾ ਜੀ ਨੇ ਸੁਣੇ, ਮਨ ਮੈਂ ਆਵ ਸੰਤੋਖਾ। ਇੱਕਦਮ ਮਨ ਨੂੰ ਸੰਤੋਖ ਆ ਗਿਆ। ਸੁਣਦਿਆਂ ਸਾਰ ਭਾਈ ਮਰਦਾਨਾ ਜੀ ਦੇ ਮਨ ਨੂੰ ਸੰਤੋਖ ਆ ਗਿਆ। ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ। ਜਨਮਾਂ ਜਨਮਾਂ ਦੀ ਜਿਹੜੀ ਤ੍ਰਿਸ਼ਨਾ ਦਾ ਦੁੱਖ ਸੀ, ਦੇ ਗਿਆਨ ਬਰ ਪੋਖਾ। ਮਹਾਰਾਜ ਜੀ ਨੇ ਗਿਆਨ ਦੇ ਕੇ ਭਾਈ ਮਰਦਾਨੇ ਨੂੰ ਰਜਾ ਦਿੱਤਾ, ਮਾਇਆ ਦੀ ਭੁੱਖ ਨਹੀਂ ਰਹਿਣ ਦਿੱਤੀ। ਬਦਨ ਬਦਤ ਮਰਦਾਨਾ ਚਲੀਏ ਤੁਮਕੋ ਸੁਸਾਹਕਾਰਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸਤ ਬਚਨ, ਚਲੋ ਮੈਂ ਵੀ ਚੱਲਦਾ, ਤੁਸੀਂ ਵੀ ਚੱਲੋ। ਬੇਬੇ ਨਾਨਕੀ ਨੇ ਸੱਦਿਆ ਹੈ, ਉਹਨੇ ਬੇਨਤੀ ਕੀਤੀ ਹੈ ਵੀਰ ਜੀ ਨੂੰ ਕਹੋ ਆਓ ਘਰ ਆ ਕੇ ਦਰਸ਼ਨ ਦਿਓ, ਦਇਆ ਦੇ ਘਰ ਚ ਆ ਕੇ ਦਰਸ਼ਨ ਦਿਓ। ਚਲੋ ਬੇਬੇ ਨਾਨਕੀ ਜੀ ਸੱਦਦੇ ਹਨ। ਸੰਗ ਚਲੋ ਮੈਂ ਦਿਓ ਰਜਤ ਪਣ। ਮੈਂ ਨਾਲ ਚੱਲਾਂਗਾ, ਤੁਹਾਡੇ ਤੇ ਪੈਸੇ ਵਾਪਸ ਕਰਾਂਗੇ ਬੇਬੇ ਨੂੰ। ਅਬ ਭਾਰੀ ਦੇ ਵਿਚਾਰਾ। ਮੇਰੇ ਮਨ ਚ ਵਿਚਾਰ ਆ ਗਈ ਹੈ, ਕਹਿਓ ਨਾ ਮੇਟੋ ਚੱਲ ਮਰਦਾਨਾ। ਮਹਾਰਾਜ ਜੀ ਕਹਿੰਦੇ ਚੱਲ ਮਰਦਾਨਿਆ, ਬੇਬੇ ਦਾ ਕਹਿਣਾ ਨਹੀਂ ਮੈਂ ਮੇਟ ਸਕਦਾ। ਬੇਬੇ ਨੇ ਬੁਲਾਇਆ ਤੇ ਉਹਨਾਂ ਦਾ ਕਹਿਣਾ ਨਹੀਂ ਮੇਟ ਸਕਦਾ, ਚੱਲ ਚਲੀਏ। ਸੰਗ ਕਾਜ ਹੈ ਤੇਰੇ। ਨਾਲੇ ਤੇਰਾ ਕਹਿਣਾ ਵੀ ਨਹੀਂ ਮੋੜ ਸਕਦਾ ਮਰਦਾਨਿਆ, ਕਿਉਂਕਿ ਤੇਰੇ ਨਾਲ ਕੰਮ ਬੜਾ ਡੂੰਘਾ ਸਾਡਾ, ਤੇਰਾ ਕਹਿਣਾ ਵੀ ਨਹੀਂ ਮੋੜ ਸਕਦੇ। ਗਏ ਨਗਰ ਮੈਂ ਸਦਨੇ ਪਹੁੰਚੇ। ਮਹਾਰਾਜ ਜੀ ਗਏ
ਬੇਬੇ ਨਾਨਕੀ ਦੇ ਘਰ ਦੇ ਕੋਲ ਜਦੋਂ ਗਲੀ ਚ ਆਏ, ਦਾਸੀ ਤੁਲਸਾਂ ਹੇਰੇ। ਤੇ ਦਾਸੀ ਤੁਲਸਾਂ ਕਿਤੇ ਬਾਹਰ ਹੀ ਖੜੀ ਸੀ ਗਲੀ ਚ ਦਰਵਾਜ਼ੇ ਤੇ ਉਹਨੇ ਸਤਿਗੁਰਾਂ ਨੂੰ ਆਉਂਦਿਆਂ ਵੇਖਿਆ। ਠਾਂਡੀ ਅਦੋ ਗੁਹਾਰੀ ਤਬਈ। ਉਹਨੇ ਇੱਕਦਮ ਵੇਖਿਆ ਤੇ ਜਿਵੇਂ ਉਤਾਵਲਾ ਜਿਹਾ ਨਹੀਂ ਹੁੰਦਾ, ਕੋਈ ਉਤਾਵਲੀ ਜੀ ਹੋ ਕੇ ਬਾਹਰੋਂ ਹੀ ਬੋਲੀ ਬੇਬੇ ਨਾਨਕੀ ਨੂੰ ਆਵਾਜ਼ ਮਾਰ ਕੇ, ਕਹਿੰਦੀ ਤੁਲਸਾਂ ਬਧੂ ਭਰਾਤ ਜੀ ਆਏ। ਬਧੂ ਜੀ ਭਰਾਤ ਜੀ ਆ ਗਏ ਨੇ। ਉਹ ਵੇਖ ਕੇ ਨਾ ਤੁਲਸਾ ਕਹਿਣ ਲੱਗੀ, ਬਧੂ ਜੀ ਭਰਾਤ ਜੀ ਆ ਗਏ ਨੇ, ਵੀਰ ਨਾਨਕ ਜੀ ਆ ਗਏ ਨੇ। ਹਰਖ ਨਾਨਕੀ ਅੰਗ ਨਾ ਮੇਵੇ, ਕੇ ਕੀ ਕਨ ਗਰ ਜਾਏ। ਇੰਨੀ ਖੁਸ਼ੀ ਹੋਈ ਬੇਬੇ ਨਾਨਕੀ ਨੂੰ ਸੁਣ ਕੇ ਵੀ ਖੁਸ਼ੀ ਅੰਗਾਂ 'ਚ ਨਹੀਂ ਮੇਵਦੀ। ਇਉਂ ਖੁਸ਼ ਹੋਏ ਜਿਵੇਂ ਇੱਕਦਮ ਬੱਦਲ ਦੀ ਗਰਜ ਸੁਣ ਕੇ ਮੋਰ ਖੁਸ਼ ਹੁੰਦਾ। ਮੋਰ ਪਹਿਲਾਂ ਪਾਉਂਦਾ ਨਾ ਖੁਸ਼ ਹੁੰਦਾ, ਏਦਾਂ ਖੁਸ਼ ਹੋਏ ਸੁਣ ਕੇ। ਪਦ ਪੰਕਜ ਪਰ ਧਾਏ ਤਰਿਓ ਸਿਰ। ਜਦੋਂ ਸਾਹਿਬ ਅੰਦਰ ਆਏ ਨਾ ਤੇ ਬੇਬੇ ਨਾਨਕੀ ਨੇ ਭੱਜ ਕੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਧਰਨਾ ਚਾਹਿਆ। ਝੁਕ ਗਏ ਤੇ ਚਰਨਾਂ ਤੇ ਸਿਰ ਧਰਨ ਲੱਗੇ। ਧਰਮ ਪੇਲ ਕਰ ਤਾਹੀ। ਆਪਣਾ ਧਰਮ ਛੱਡ ਕੇ, ਵੱਡੇ ਨੇ, ਵੱਡੇ ਭੈਣ ਨੇ ਤੇ ਛੋਟੇ ਵੀਰ ਦੇ ਪੈਰਾਂ 'ਚ ਮੱਥਾ ਟੇਕਣਾ ਧਰਮ ਨਹੀਂ ਸੀ, ਪਰ ਉਹ ਧਰਮ ਛੱਡ ਕੇ ਜੁਗ ਕਰ ਪਰ ਤੈ ਸਿਰ ਤਬ ਲੈ ਕਰ। ਪੈਰਾਂ ਤੇ ਸਿਰ ਧਰਨ ਹੀ ਲੱਗੇ ਸਨ, ਪੈਰਾਂ ਦੇ ਮਹਾਰਾਜ ਜੀ ਦੇ ਚਰਨਾਂ ਦੇ ਨੇੜੇ, ਸਾਹਿਬ ਦੇ ਪਾਵਨ ਚਰਨਾਂ ਦੇ ਉੱਤੇ ਸੀਸ ਧਰਨ ਲੱਗੇ। ਤੋ ਮਹਾਰਾਜ ਜੀ ਨੇ ਏਦਾਂ ਹੱਥਾਂ ਉੱਤੇ ਬੇਬੇ ਜੀ ਦਾ ਸਿਰ ਰੋਕ ਲਿਆ, ਸੀਸ ਰੋਕ ਲਿਆ। ਹਾਂਜੀ, ਪਰਮ ਪੁਰਖ ਪੁਨ ਪ੍ਰਾਈ। ਪਰਮ ਪੁਰਖ ਸਤਿਗੁਰੂ ਜੀ ਬੋਲੇ, ਯਾਹੋ ਤੁਮ ਕਰਨੇ ਆਵੋ। ਬੇਬੇ ਮੈਂ ਤਾਂ ਹੀ ਨਹੀਂ ਆਉਂਦਾ ਘਰੇ। ਆਖੋ ਸਤਿਨਾਮ ਸ੍ਰੀ ਵਾਹਿ। ਏਦਾਂ ਸੀਸ ਰੱਖ ਕੇ ਨਾ ਹੱਥਾਂ ਤੇ ਰੋਕ ਕੇ ਬੇਬੇ ਨਾਨਕੀ ਨੂੰ ਮਹਾਰਾਜ ਜੀ ਕਹਿੰਦੇ, ਬੇਬੇ ਮੈਂ ਤਾਈਓ ਤਾਂ ਘਰ ਨਹੀਂ ਆਉਂਦਾ। ਧਰਤ ਚਰਨ ਸਿਰ ਧਾਈ। ਕਿਉਂਕਿ ਮੈਂ ਜਦੋਂ ਆਉਣਾ ਤੁਸੀਂ ਆ ਕੇ ਮੇਰੇ ਚਰਨਾਂ ਤੇ ਸਿਰ ਧਰ ਦਿਓ, ਮੈਨੂੰ ਚੰਗਾ ਨਹੀਂ ਲੱਗਦਾ। ਮਹਾਰਾਜ ਜੀ ਕਹਿੰਦੇ ਮੈਂ ਇਸੇ ਕਰਕੇ ਨਹੀਂ ਆਉਂਦਾ। ਬਹੁਰ ਨਾ ਮਿਲੋ ਆਨ ਕਰ ਤੁਮ ਕੋ। ਬੇਬੇ ਸੁਣੋ, ਜੇ ਅੱਗੋਂ ਏਦਾਂ ਕੀਤਾ ਨਾ ਮੈਂ ਆਉਣਾ ਹੀ ਨਹੀਂ ਮੁੜ ਕੇ ਤੁਹਾਡੇ ਕੋਲੇ। ਮਹਾਰਾਜ ਜੀ ਕਹਿੰਦੇ ਜੇ ਅੱਗੋਂ ਬੇਬੇ ਵੇਖੋ ਭੈਣ ਭਰਾ ਵਾਲਾ ਵੀ ਪ੍ਰੇਮ ਹੈਣ ਵੀ ਪਰਮੇਸ਼ਵਰ, ਪਰ ਬੇਬੇ ਨਾਨਕੀ ਨੇ ਵਾਰੀਏ ਮੰਗਿਆ ਸੀ, ਪਰਮੇਸ਼ਰ ਮੇਰੇ ਘਰ ਵੀਰ ਬਣ ਕੇ ਆਓ, ਤੇ ਵੀਰ ਰੂਪ 'ਚ ਦਰਸ਼ਨ ਦੇ ਰਹੇ ਨੇ। ਬੇਬੇ ਜੇ ਅੱਗੇ ਤੋਂ ਏਦਾਂ ਕੀਤਾ ਨਾ ਤੇ ਮੈਂ ਮੁੜ ਕੇ ਨਹੀਂ ਜੇ ਆਉਣਾ ਘਰੇ। ਓਏ ਔਗਣ ਅਧਿਕਾਈ। ਇਹ ਬੜਾ ਵੱਡਾ ਔਗਣ ਹੈ ਬੇਬੇ, ਤੁਸੀਂ ਵੱਡੇ ਹੋ ਮੇਰੇ ਤੋਂ, ਮੈਨੂੰ ਆ ਕੇ ਨਮਸਕਾਰ ਕਰ ਦਿਓ, ਮੈਨੂੰ ਚੰਗਾ ਨਹੀਂ ਲੱਗਦਾ। ਸੁਨੋ ਭਰਾਤ ਜੀ ਜਿਉ ਤੁਮ ਭਾਖੋ। ਬੇਬੇ ਜੀ ਨੇ ਵੀ ਹੱਥ ਜੋੜੇ, ਵੀਰ ਸਤ ਬਚਨ ਮੈਂ ਨਹੀਂ ਅੱਗੇ ਤੋਂ ਮੱਥਾ ਟੇਕਦੀ, ਪਰ ਆ ਨਾ ਆਖ ਵੀ ਮੈਂ ਆਉਣਾ ਨਹੀਂ ਮੁੜ ਕੇ, ਏਦਾਂ ਨਾ ਆਖੋ। ਤਿਉ ਆਇਸ ਅਨੁਸਾਰਾ। ਮੈਂ ਤੁਹਾਡੀ ਆਗਿਆ ਦੇ ਅਨੁਸਾਰ ਹੀ ਜਿਵੇਂ ਆਪ ਜੀ ਦਾ ਹੁਕਮ ਮੈਂ ਮੰਨਾਂਗੀ। ਨਿਜ ਦਰਸ਼ਨ ਦੇਵਤ ਮੁਝ ਰਹੀਏ, ਕਰੋ ਨਰਿ ਦੇ ਵਿਸਾਰਾ। ਮਹਾਰਾਜ ਜੀ ਮੈਨੂੰ ਮੇਰੇ ਰਹਿੰਦੇ ਸਵਾਸਾਂ ਤੱਕ ਦਰਸ਼ਨ ਦਿੰਦੇ ਰਹੋ, ਮੈਨੂੰ ਕਦੇ ਆਪਣੇ ਹਿਰਦੇ 'ਚੋਂ ਨਾ ਵਿਸਾਰਿਓ ਸਾਹਿਬ ਜੀ। ਹਾਂਜੀ, ਨਿਤ ਸਿਮਰਨੋ ਮਨ ਮੈਂ ਕਰਹੋ। ਮੈਂ ਰੋਜ਼ ਤੁਹਾਡਾ ਸਿਮਰਨ ਨਿਤ ਕਰਦੀ ਹਾਂ। ਕਬ ਕਬ ਆਵੋ ਐਨਾ। ਕਦੇ ਕਦੇ ਤੁਸੀਂ ਘਰ ਆਉਂਦੇ ਹੋ। ਕਰੁਣਾ ਕਰਤ ਰੋ ਕਰੁਣਾ ਕਰ। ਇਹ ਕਰੁਣਾ ਦੇ ਸਮੁੰਦਰ ਮੇਰੇ ਤੇ ਕਰੁਣਾ ਕਰਦੇ ਰਹੋ। ਕਮਲਾਨਨ ਗਤ ਦੇਨਾ। ਤੁਸੀਂ ਕਬਲ ਨੈਣ ਮੁਕਤੀ ਦਾਤੇ ਹੋ। ਜਬ ਨਿਜ ਮਨ ਮੈਂ ਮਿਲਨ ਲਾਲਸਾ। ਮਹਾਰਾਜ ਜੀ ਜਦੋਂ ਮੇਰੇ ਮਨ ਚ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਹੋਵੇਗੀ, ਸਿਮਰੋ ਜਸ ਪਦ ਆਵੋ। ਮਹਾਰਾਜ ਜੀ ਕਹਿੰਦੇ ਬੇਬੇ ਜੀ ਤੁਹਾਡੇ ਨਾਲ ਬਚਨ ਕਰਦੇ ਆ, ਜਦੋਂ ਵੀ ਤੁਸੀਂ ਆਪਣੇ ਹਿਰਦੇ 'ਚ ਸਿਮਰੋਗੇ ਸਾਨੂੰ, ਅਸੀਂ ਜਿੱਥੇ ਵੀ ਹੋਵਾਂਗੇ ਤਾਤਕਾਲ ਚੱਲ ਕੇ ਤੁਹਾਡੇ ਕੋਲ ਆਵਾਂਗੇ। ਹੋਵੋ ਨਿਕਟ ਕਿਦੋਂ ਕਿਤ ਦੂਰਾ। ਭਾਵੇਂ ਨੇੜੇ ਹੋਈਏ ਤੇ ਭਾਵੇਂ ਦੂਰ ਹੋਈਏ, ਤਬ ਮੈਂ ਬਿਲਮ ਨਾ ਲਾਵਾਂ। ਤੁਹਾਡੇ ਕੋਲ ਆਉਣ ਤੱਕ ਮੈਂ ਦੇਰੀ ਨਹੀਂ ਲਾਵਾਂਗਾ। ਮਰਦਾਨਾ ਅਬ ਬੇਬੇ ਜੀ ਕੋ ਦਿਓ। ਮਹਾਰਾਜ ਜੀ ਭਾਈ ਮਰਦਾਨਾ ਜੀ ਕੋਲ ਬੈਠੇ। ਸਤਿਗੁਰੂ ਕਹਿੰਦੇ ਮਰਦਾਨਿਆ ਕਾਢੋ 20 ਰੁਪਏ ਜਿਹੜੇ ਲੈ ਗਿਆ ਸੀ ਬੇਬੇ ਕੋਲੋਂ, ਕਰ ਵਾਪਸ। ਭਾਈ ਮਰਦਾਨਾ ਜੀ ਕੋਲ ਬੈਠੇ, ਬੇਬੇ ਨਾਨਕੀ ਨਾਲ ਬਚਨ ਬਿਲਾਸ ਹੋ ਰਹੇ ਨੇ। ਪਾਤਸ਼ਾਹ ਪ੍ਰਸ਼ਾਦਾ ਭੋਜਨ ਛਕ ਰਹੇ ਆ।
ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਪਾਤਸ਼ਾਹ ਦਾ ਜੀਵਨ ਚਰਿੱਤਰ ਵਰਣਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰਨ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਐ ਪੀਓ ਵਣਿਆਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।